ਇਜ਼ਰਾਈਲ ਗਏ, ਉੱਥੇ ਹਥਿਆਰਾਂ ਦੇ ਕਾਂਟਰੈਕਟ ਲੈ ਕੇ ਆਏ। ਅਡਾਨੀ ਨੂੰ ਕਦੀ ਉਹ ਕਾਂਟਰੈਕਟ ਮਿਲ ਨਹੀਂ ਸੀ ਸਕਦੇ। ਸਾਰੀ ਜਗ੍ਹਾ ਪ੍ਰਧਾਨ ਮੰਤਰੀ ਅੱਗੇ ਅੱਗੇ ਇਹ ਲੋਕਾਂ ਦੀਆਂ ਮਿੰਨਤਾਂ ਕਰਦਾ ਫਿਰਦਾ, ਮੇਰਾ ਇੱਕ ਬੱਚਾ ਜਿਹੜਾ ਵਾ ਬੜਾ ਭੁੱਖਾ ਮਰਦਾ, ਉਹਨੂੰ ਥੋੜ੍ਹਾ ਜਿਹਾ ਹੋਰ ਦਿਓ। ਵਾਲੀਆਂ ਗੱਲਾਂ, ਯਾਰ ਤੁਸੀਂ ਪ੍ਰਧਾਨ ਮੰਤਰੀ ਆ, ਜੇ ਤੁਹਾਡੀ ਹਵਾ ਕੱਢ ਗਿਆ ਤੇ ਮੰਨ ਜਾਓ ਤੁਹਾਡੇ ਕੋਲ ਜਵਾਬ ਨਹੀਂ ਹੈਗਾ। ਇਹ ਜਿਹੜੇ ਮੈਂਬਰ ਬਣਨੇ ਸੀ ਲੋਕਪਾਲ ਦੇ, ਇਹੋ ਜਿਹੇ ਬਣਾਤੇ ਕਿ ਜਿਹੜੇ ਸਿੱਧੇ ਸਿੱਧੇ ਸਰਕਾਰੀ ਕੰਟਰੋਲ 'ਚ ਹੋਣਗੇ। ਜੋ ਪੜ੍ਹੇ ਆ ਤੁਸੀਂ, ਨਹੀਂ ਪੜ੍ਹੇ, ਜੇ ਅਨਪੜ੍ਹ ਨਵੇਂ ਪ੍ਰੋਫੈਸਰ ਲੱਗ ਸਕਦੇ। ਮੈਂ ਤਾਂ ਸੱਚੀ ਗੱਲ ਕਹਿਣਾ, ਇਸ ਤਰ੍ਹਾਂ ਜੇ ਤੁਸੀਂ IAS ਨਹੀਂ ਵੀ ਕੀਤੇ ਤਾਂ ਵੀ ਤੁਸੀਂ ਉੱਥੇ ਬਣਦੇ। ਤਜਰਬੇ ਰਾਹੀਂ ਪੁਰਾਣਾ ਕੋਈ ਤੁਹਾਡਾ ਯਾਰ, ਮਾੜੀ ਜਿਹੀ ਅੱਖ ਜਿਹੜੀ ਆ ਉਹ ਮੋਦੀ ਜੀ ਜਾਂ ਉਹਨਾਂ ਦੀ ਪਾਰਟੀ ਨਾਲ ਮਿਲਾਉਣੀ ਪਊਗੀ। ਸਾਥ ਜੱਗ ਜਾ ਰਿਹਾ, ਬਿਨਾਂ ਪੈਸੇ ਤੋਂ ਚੱਲਦਾ ਨਹੀਂ। ਕੇਜਰੀਵਾਲ ਦੀ ਪਾਰਟੀ ਕਹੋ, ਸਰਕਾਰ ਨਾ ਕਹੋ, ਉਹ ਪਾਰਟੀ ਹੋਵੇ ਤੇ ਉਹ ਪੈਸਾ ਛੱਡ ਦੇ। ਅਗਰਵਾਲ ਸਾਹਿਬ ਆ ਉਹ ਕਿ ਸੱਚੀ ਮੁੱਚੀ ਲੋਕ ਕਰਨ ਤੇ ਕੀ ਕਰਨ। ਆਫਟਰ ਆਲ ਪਾਰਟੀਆਂ ਨੇ ਰਾਜ ਕਰਨਾ। ਇੱਥੇ ਤਾਂ ਬੰਦਿਆਂ ਦਾ ਹੀ ਨਹੀਂ ਪਤਾ ਲੱਗਦਾ। ਉੱਥੇ DC ਨਹੀਂ ਸੂਤਰ ਆਉਂਦਾ। ਮੈਨੂੰ ਤਾਂ ਲੱਗਦਾ ਕੋਈ ਹੌਲੀ ਹੌਲੀ ਆਉਣਾ ਕਿ ਇਹਨਾਂ ਦੀ ਪੀਐਨ ਨੇ ਵੀ ਨਹੀਂ, ਜਿਹੜਾ ਬਾਹਰ ਖੜਾ ਹੁੰਦਾ ਅਰਦਲੀ, ਉਹਨੇ ਨਹੀਂ ਸੁਣਿਆ ਕਰਨੇ। ਉਹਨੇ ਨਹੀਂ ਜੀ ਮੈਂ ਚੱਲਿਆ ਜੀ, ਤੁਸੀਂ ਇੱਥੇ ਬੈਠੇ ਰਹੋ, ਤੁਸੀਂ ਵਿਹਲੇ ਆ, ਤੁਸੀਂ ਇੱਥੇ ਆਪਣੀ ਪੋਲੀਟਿਕਸ ਕਰਨੀ ਆ, ਮੈਂ ਆਪਣੇ ਨਿਆਣੇ ਦੇਖਣੇ, ਮੈਂ ਚੱਲਿਆ 5 ਵਜੇ ਘਰ ਨੂੰ। ਜਦੋਂ ਆਪਣੇ ਹੀ ਸ਼ਬਦ ਪਬਲਿਕਲੀ ਅਨਾਉਂਸ ਕੀਤੇ, ਉਹ ਵੀ ਇੱਡੇ ਸੈਂਸਿਟਿਵ ਮੁੱਦੇ ਦੇ ਉੱਤੇ ਪੂਰੇ ਨਾ ਉਤਰਨ, ਲੋਕ ਕੀ ਭਰੋਸਾ ਕਰਨਗੇ। ਪਾਰਟੀ ਸਾਬਣ ਬਣ ਕੇ ਆਈ ਸੀ ਕਾਲਖ ਧੋਣ ਲਈ, ਤੇ ਜੇ ਉਹ ਸਾਬਣ ਹੀ ਕਾਲਾ ਕਰੀ ਜਾਣ ਲੱਗ ਪਏ ਤੇ ਫਿਰ ਤੇ ਤੁਸੀਂ ਹਾਲਤ ਕੀ ਆ। ਜਿਸ ਤਰੀਕੇ ਨਾਲ ਦਿੱਲੀ ਦਾ ਚੀਫ ਮਿਨਿਸਟਰ, ਅੱਧਾ ਚੀਫ ਮਿਨਿਸਟਰ ਆ ਤੇ ਅੱਧਾ LG ਜਿਹੜਾ ਸੁਪਰ ਚੀਫ ਮਿਨਿਸਟਰ ਆ, ਉੱਥੇ ਚੱਲਣ ਹੀ ਨਹੀਂ ਦਿੰਦਾ ਉਹਨਾਂ ਨੇ। ਤੇ ਕਾਨੂੰਨਨ ਤੌਰ ਤੇ ਲੀਗਲੀ ਵੀ ਇਹ ਪਾਸ ਕਰਵਾ ਲਿਆ ਹੋਇਆ, ਤੇ ਉਹ ਕੈਬਨਿਟ ਦਾ ਵੀ ਫੈਸਲੇ ਨੂੰ ਕਹਿੰਦਾ ਪਰਾਂ ਰੱਖ ਦਿਓ, ਮੇਰੀ ਚੱਲਣੀ ਹੈ। ਇੱਥੇ ਭਗਵੰਤ ਮਾਨ ਨੂੰ ਕੇਜਰੀਵਾਲ ਨਹੀਂ ਚੱਲਣ ਦਿੰਦਾ। ਇਹ ਵੀ ਅੱਧਾ ਚੀਫ ਮਿਨਿਸਟਰ ਆ। ਕਹੀਏ ਕਿ ਗਵਰਨੈਂਸ ਖੱਸੀ ਹੋ ਚੁੱਕੀ ਹੈ। ਕਿਸੇ ਵੇਲੇ ਪੋਲੀਟਿਕਸ ਜਿਹੜੀ ਆ ਉਹ ਐਟ ਕਮਾਂਡ ਹੁੰਦੀ ਸੀ ਤੇ ਕਾਰਪੋਰੇਟ ਉਹਨਾਂ ਦੇ ਬਾਹਰ ਬੈਂਚ ਤੇ ਬਹਿੰਦੇ ਸੀ ਵੀ ਦੱਸੋ ਅਸੀਂ ਕਦੋਂ ਅੰਦਰ ਆਈਏ ਦਫ਼ਤਰ ਦੇ। ਇਸ ਵੇਲੇ ਇਹਦੇ ਉਲਟ ਆ, ਕਾਰਪੋਰੇਟ ਅੰਦਰ ਚੌੜਾ ਹੋ ਕੇ ਬੈਠਾ ਹੁੰਦਾ ਤੇ ਜਿਹੜਾ ਪ੍ਰਧਾਨ ਮੰਤਰੀ ਜਾਂ ਮਿਨਿਸਟਰ ਸਾਹਿਬਾਨ ਆ, ਪੋਲੀਟੀਕਲ ਬੰਦੇ ਮੇਰਾ ਮਤਲਬ, ਉਹ ਬਾਹਰ ਬੈਂਚ ਤੇ ਬੈਠੇ ਹੁੰਦੇ ਕਿ ਸਾਨੂੰ ਅੰਦਰੋਂ ਅਡਾਨੀ ਜਾਂ ਅੰਬਾਨੀ ਟਾਈਮ ਕਦੋਂ ਤੋਂ ਅੰਦਰ ਵੜਦਾ। ਐਕਸ ਸਰਵਿਸਮੈਨ ਨੇ ਕਿਹਾ ਕਿ ਭਾਈ ਆਪ ਆਰਮੀ ਦੀ ਡਿਫੈਂਸ ਫੋਰਸਿਸ ਦੀ ਪਲੈਨਿੰਗ ਨਹੀਂ ਹੈ, ਅਗਨੀਵੀਰ ਵਾਲੀ ਪਾਲਿਸੀ ਨਾ ਲੈ ਕੇ ਕਿਹਾ ਕਿ ਇਹ ਅਜੀਤ ਡੋਵਾਲ ਦੀ ਹੈ ਤੇ ਹੋਮ ਮਿਨਿਸਟਰ ਦੀ ਹੈ, ਅਮਿਤ ਸ਼ਾਹ ਦੀ ਹੈ। ਗੱਲ ਚਾਹੇ ਪੰਜਾਬ ਦੀ ਸਿਆਸਤ ਦੀ ਹੋਵੇ ਤੇ ਗੱਲ ਚਾਹੇ ਭਾਰਤ ਦੀ ਸਿਆਸਤ ਦੀ ਹੋਵੇ, ਦੋ ਏਜੰਸੀਆਂ ਮੁੱਖ ਤੌਰ ਤੇ ਇਸ ਵੇਲੇ ਕੰਮ ਕਰਦੀਆਂ ਨਜ਼ਰ ਆ ਰਹੀਆਂ ਨੇ। ਕੀ ਉਹ ਆਪਣਾ ਕੰਮ ਇਮਾਨਦਾਰੀ ਨਾਲ ਕਰ ਰਹੀਆਂ ਆ ਕਿ ਸਿਆਸਤ ਜਿਹੜੀ ਆ ਉਹ ਉਹਨਾਂ ਤੋਂ ਕੰਮ ਆਪਣੀ ਮੁਤਾਬਕ ਕਰਾ ਰਹੀ ਆ। ਗੱਲ ED ਦੀ ਕਰ ਲਈਏ ਤੇ ਚਾਹੇ ਪੰਜਾਬ ਵਿਜੀਲੈਂਸ ਦੀ ਗੱਲ ਕਰ ਲਈਏ। ED ਦੀ ਗੱਲ ਕਰਦੇ ਆ, ਜਦੋਂ ਆਪਾਂ ਝਾਤ ਮਾਰਦੇ ਆ ਤਾਂ ਪਿਛਲੇ ਸਮੇਂ ਦੇ ਵਿੱਚ ਦਿੱਲੀ ਦੀ ਪਾਲਿਸੀ ਜਿਹੜੀ ਆਬਕਾਰੀ ਨੂੰ ਲੈ ਕੇ ਬਣੀ ਸੀ, ਉਹਨੂੰ ਲੈ ਕੇ ਮਨੀਸ਼ ਸਿਸੋਦੀਆ ਤੋਂ ਲੈ ਕੇ ਤਮਾਮ ਉਹਨਾਂ ਦੇ ਵਰਕਰਾਂ ਤੇ ਤਮਾਮ ਉਹਨਾਂ ਦੇ ਲੀਡਰਾਂ ਦੇ ਉੱਤੇ ਇੱਕ FIR ਦਰਜ ਹੁੰਦੀ ਆ, ਜਿਹਦੇ ਵਿੱਚ ਕਿਹਾ ਜਾਂਦਾ ਕਿ ਦੂਜੀ ਚਾਰਜ ਸ਼ੀਟ ਪੇਸ਼ ਹੋ ਗਈ ਆ ਤੇ ਜਿਹਦੇ ਵਿੱਚ L1 ਲਾਇਸੈਂਸ ਦੇ ਉੱਤੇ 12% ਦੀ ਜਿਹੜਾ ਮਾਰਜਨ ਦਿੱਤਾ ਜਾਣਾ ਸੀ, ਉਹਦੇ ਤੋਂ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੇ ਇਲੈਕਸ਼ਨ ਫੰਡ ਦੇ ਰੂਪ ਵਿੱਚ 6% ਦੀ ਵਾਪਸ ਅੰਡਰ ਦਾ ਟੇਬਲ ਲੈਣਾ ਸੀ। ਇਹ ਗੱਲਾਂ ਅਖਬਾਰਾਂ ਵਿੱਚ ਛਪ ਚੁੱਕੀਆਂ ਨੇ। ਇਸੇ ਤਰ੍ਹਾਂ ਜੇ ਕੱਲ ਪੰਜਾਬ ਵਿਜੀਲੈਂਸ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਧਰ ਪਕੜ ਪੂਰੀ ਤਰ੍ਹਾਂ ਜਾਰੀ ਆ। ਕਾਲੇ ਧਨ ਨੂੰ ਚਿੱਟਾ ਕਿੱਦਾਂ ਬਣਾਇਆ ਜਾਂਦਾ, ਉਹਨੂੰ ਲੈ ਕੇ ਵੀ ਰਿਪੋਰਟਾਂ ਪੇਸ਼ ਹੋ ਰਹੀਆਂ ਨੇ ਤੇ ਦਬਿਸ਼ ਹੋ ਰਹੀ ਆ। ਗੱਲ ਕਰਾਂਗੇ ਅੱਜ ED ਤੇ ਪੰਜਾਬ ਵਿਜੀਲੈਂਸ ਦੇ ਕਾਰਨਾਮਿਆਂ ਤੇ। ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਆ, ਉੱਘੇ ਵਾਰਤਾਕਾਰ ਨੇ, ਇਹਨਾਂ ਤੋਂ ਜਾਣਦੇ ਆ। ਉਸ ਤੋਂ ਬਾਅਦ ਗੱਲ ਕਰਾਂਗੇ ਅਡਾਨੀ ਦੀ ਜਿਸ ਤਰ੍ਹਾਂ ਕਿਰਕਰੀ ਸ਼ੇਰਾਂ ਦੇ ਵਿੱਚ ਹੋਈ ਆ ਤੇ ਜਿਹੜੇ ਰਾਹੁਲ ਗਾਂਧੀ ਨੇ ਲੋਕ ਸਭਾ ਦੇ ਵਿੱਚ ਆਪਣੇ ਬਿਆਨ ਦਿੱਤੇ ਆ, ਦੱਸਦੇ ਆ ਵੀ ਉਹ ਵੀ ਰਿਕਾਰਡ ਤੋਂ ਹਟਾ ਦਿੱਤੇ ਗਏ ਨੇ। ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਪ੍ਰੋਫੈਸਰ ਸਾਹਿਬ ਗੱਲ ਕਰਦੇ ਆ ਕਿ ਦੋ ਹੀ ਏਜੰਸੀਆਂ ਇਸ ਵੇਲੇ ED ਭਾਰਤ ਦੇ ਸਰਕਾਰ ਦੇ ਤੌਰ ਤੇ ਪੰਜਾਬ ਵਿਜੀਲੈਂਸ ਨੇ ਧਰਪਕੜ ਜਾਰੀ ਕੀਤੀ ਹੋਈ ਆ। ਕੇਸ ਰਜਿਸਟਰ ਹੋ ਰਿਹਾ, ਫੜ ਕੇ ਅੰਦਰ ਦੇਈ ਜਾਂਦੇ। ਦੀਪ ਮਲਹੋਤਰਾ ਦਾ ਮੁੰਡਾ ਵੀ ਆਬਕਾਰੀ ਪਾਲਿਸੀ ਨੂੰ ਲੈ ਕੇ ਅੰਦਰ ਦੇ ਦਿੱਤਾ ਗਿਆ। ਕਿਵੇਂ ਦੇਖਦੇ ਨੇ ਕਾਰਵਾਈਆਂ? ਦੇਖੋ, ਜਿਹੜੀ ਆਮ ਆਦਮੀ ਪਾਰਟੀ ਆ, ਭਾਵੇਂ ਉਹ ਦਿੱਲੀ 'ਚ ਆ ਭਾਵੇਂ ਪੰਜਾਬ 'ਚ ਆ ਜੀ, ਉਹ ਇੱਕ ਏਜੰਡੇ ਤੇ ਆਈ ਸੀ। ਤੁਹਾਨੂੰ ਯਾਦ ਹੋਣਾ, ਕੋਈ ਬਹੁਤ ਲੰਬੀ ਹਿਸਟਰੀ ਨਹੀਂ ਹੈ, 2014 ਤੋਂ 13 ਤੋਂ ਤੇ ਅਜੇ ਮਤਲਬ ਕੱਲ੍ਹ ਦੀ ਗੱਲ ਲੱਗਦੀ ਹੈ, 10 ਸਾਲ ਦੀ ਗੱਲ। ਹਾਂ ਬਿਲਕੁਲ।
ਤੇ ਸਾਰਿਆਂ ਨੂੰ ਜ਼ਬਾਨੀ ਸਾਰਾ ਕੁਝ ਅੱਖਾਂ ਸਾਹਮਣੇ ਸੀਨ ਚੇਤੇ ਹੈਗੇ ਆ, ਆਵਾਜ਼ਾਂ ਵੀ ਕੰਨਾਂ 'ਚ ਗੂੰਜ ਰਹੀਆਂ। ਉਹ ਆਵਾਜ਼ਾਂ ਕੀ ਸੀ? ਇੰਡੀਆ ਅਗੇਂਸਟ ਕਰਪਸ਼ਨ, ਤੇ ਅੰਨਾ ਹਜ਼ਾਰੇ ਨੂੰ ਚਿੱਟੇ ਕੱਪੜੇ ਪਵਾ ਕੇ ਉੱਥੇ ਬਿਠਾਇਆ ਗਿਆ ਸੀ ਦਿੱਲੀ। ਹਾਂ, ਕੱਪੜੇ ਵੀ ਚਿੱਟੇ ਹੀ ਪਾਉਂਦੇ ਸੀ, ਰੰਗਦਾਰ ਤੇ ਕੱਪੜਾ ਮੈਂ ਤੇ ਕਦੀ ਉਹਨਾਂ ਦਾ ਦੇਖਿਆ ਨਹੀਂ। ਵੀ ਜਾਣੀ ਐਨ ਲੱਗੇ ਕਿ ਹੁਣ ਸਾਫ ਸੁਥਰਾ ਕੋਈ ਨਵਾਂ ਸਿੰਬਲ ਕਿ ਆਉਣ ਲੱਗ ਪਿਆ ਆ। ਔਰ ਇਸ ਦੇ ਵਿੱਚ ਇਸ ਸਾਫ ਸੁਥਰੇ ਦੇ ਵਿੱਚ ਕੁਦਰਤੀ ਹੈ ਕਿ ਲੋਕਪਾਲ ਦਾ ਏਜੰਡਾ ਆਇਆ। ਲੋਕਪਾਲ ਦਾ ਜਿਹੜਾ ਏਜੰਡਾ ਸੀਗਾ ਉਹਦੇ 'ਚ ਉਹਨਾਂ ਨੇ ਇਹ ਸੀ ਕਿ ਉਹ ਇੰਡੀਪੈਂਡੈਂਟ ਹੋਊਗਾ, ਜਾਣੀ ਐਡੀ ਪਾਵਰਫੁਲ ਚੀਜ਼ ਹੋਊਗੀ ਕਿ ਕਰਪਸ਼ਨ ਨੂੰ ਮੋਚਨੇ ਨਾ ਫੜ ਕੇ ਕੱਢ ਦੇਣਗੇ, ਜਿੱਥੇ ਵੀ ਜਿਸ ਤਰ੍ਹਾਂ ਕੰਡਾ ਨਹੀਂ ਕੱਢੀ ਦਾ ਮੋਚਨੇ ਨਾ ਫੜ ਕੇ। ਉਹ ਇਹ ਸੀਗੀ, ਇਹ ਭਰੋਸਾ ਸੀ ਲੋਕਾਂ ਨੂੰ, ਉਸ ਕੰਪੇਨ ਦਾ ਹਿੱਸਾ ਸੀਗਾ। ਇਹਦੇ 'ਚ ਅਗਰ ਨਾ ਲੋਕਪਾਲ ਤੇ ਜਦੋਂ ਸਰਕਾਰ ਬਣ ਗਈ ਭੁੱਲੇ ਹੀ ਗਏ। ਉਹਦੇ ਲਈ ਤੇ ਸਾਨੂੰ ਮੈਂ, ਪ੍ਰਸ਼ਾਂਤ ਭੂਸ਼ਣ ਤੇ ਹੋਰ ਉੱਥੋਂ ਦੇ ਜਿਹੜੇ ਸੀਗੇ ਪ੍ਰੋਫੈਸਰ ਆਨੰਦ ਕੁਮਾਰ ਯਾਦਵ, ਅਸੀਂ ਸਾਰੇ ਰਲ ਕੇ, ਸਾਨੂੰ ਤਾਂ ਫੜਿਆ ਵੀ ਪੁਲਿਸ ਨੇ, ਥੋੜ੍ਹਾ ਜਿਹਾ ਥਾਣੇ ਵੀ ਲੈ ਕੇ ਗਈ। ਉਹ ਲੋਕਪਾਲ ਕਿੱਥੇ ਭੁੱਲ ਗਏ? ਤੁਸੀਂ ਤਾਂ ਕਹਿ ਰਹੇ ਸੀਗੇ ਵੀਡੀਓ ਬਣਾ ਕੇ ਦਿਓ, ਸਟਿੰਗ ਆਪਰੇਸ਼ਨ ਕਰਿਓ, ਮੈਂ ਕਰੂੰਗਾ, ਇਹ ਕਰੂੰਗਾ। ਇੱਕ ਏਜੰਡਾ ਸੀਗਾ। ਉਹ ਕਾਲਖ ਸਾਰੀ ਜਿਹੜੀ ਕਰਪਸ਼ਨ ਦੀ ਕਾਲਖ ਧੋ ਕੇ ਅੰਨਾ ਹਜ਼ਾਰੇ ਦੀ ਚਿੱਟੀ ਟੋਪੀ, ਤੇ ਇਹਨਾਂ ਦੀਆਂ ਆਪਣੀਆਂ ਵੀ ਟੋਪੀਆਂ ਚਿੱਟੀਆਂ ਆਈਆਂ, ਮੈਂ ਹੂੰ ਆਮ ਆਦਮੀ, ਉਹਦੇ ਵਾਂਗੂ ਕਰਨਾ ਸੀ ਸਮਾਜ ਨੂੰ, ਨਿਜ਼ਾਮ ਨੂੰ, ਖਾਸ ਕਰ ਗਵਰਨੈਂਸ ਨੂੰ। ਆਪਾਂ ਹੁਣ ਦੇਖਦੇ ਕਿ ਆ ਜਿਹੜੀਆਂ ਖਬਰਾਂ ਆ ਰਹੀਆਂ, ਇਹਦਾ ਮਤਲਬ ਤੇ ਹੈ ਵੀ ਐਵੇਂ ਉਹ ਲਫਾਜੀ ਸੀਗੀ। ਜੇ ਵਾਕਿਆ ਹੀ ਲੋਕਪਾਲ ਤੋਂ ਇਹ ਮੁੱਕਰ ਗਏ ਸੀ ਉਦੋਂ, ਤੇ ਜਿਹੜਾ ਬਣਾਇਆ, ਤੁਹਾਨੂੰ ਪਤਾ ਜਿਹੜੇ ਪਹਿਲੇ 3 ਸੰਵਿਧਾਨ ਬਣੇ, 1 ਨੰਬਰ 2 ਨੰਬਰ 3, ਡਿਲਿਊਟ ਕਰਦੇ ਉਹ ਇੱਥੇ ਤੱਕ ਉਹਦੇ ਜਿਹੜੇ ਮੈਂਬਰ ਬਣਨੇ ਸੀ ਲੋਕਪਾਲ ਦੇ, ਇਹੋ ਜਿਹੇ ਬਣਾਤੇ ਕਿ ਜਿਹੜੇ ਸਿੱਧੇ ਸਰਕਾਰੀ ਕੰਟਰੋਲ 'ਚ ਹੋਣਗੇ। ਜੋ ਹੁਣ ਇਲੈਕਸ਼ਨ ਕਮਿਸ਼ਨ ਬਾਰੇ, ਈਵਨ ਕੋਰਟਾਂ ਬਾਰੇ ਤੇ ਯੂਨੀਵਰਸਿਟੀਆਂ ਬਾਰੇ ਜੋ ਕੇਂਦਰੀ ਸਰਕਾਰ ਕਰੇ ਰਹੀ ਆ, ਉਹ ਕਹਿੰਦੀ ਹੈ ਕਿ UGC ਹਟਾ ਕੇ ਆਪਾਂ ਹਾਇਰ ਐਜੂਕੇਸ਼ਨ ਕਮਿਸ਼ਨ ਬਣਾਵਾਂਗੇ, ਉਹਦੇ ਰਾਹੀਂ ਅਪੁਆਇੰਟਮੈਂਟਾਂ ਕਰਾਂਗੇ। ਅਪੁਆਇੰਟਮੈਂਟਾਂ ਪ੍ਰੋਫੈਸਰਾਂ ਦੀਆਂ ਪੜ੍ਹੇ ਆ ਤੁਸੀਂ, ਨਹੀਂ ਪੜ੍ਹੇ, ਜੇ ਅਨਪੜ੍ਹ ਆ ਨਵੇਂ ਪ੍ਰੋਫੈਸਰ ਲੱਗ ਸਕਦੇ ਆ, ਪਹਿਲਾਂ ਅਪਲਾਈ ਕਰ ਦਿਓ ਜਦੋਂ ਇਹ ਕਿਤੇ ਇਹੋ ਜਿਹਾ ਰੌਲਾ ਹੋਰ ਨਿਕਲਿਆ ਤੇ ਮੈਂ ਤਾਂ ਸੱਚੀ ਗੱਲ ਕਹਿਣਾ। ਇਸ ਤਰ੍ਹਾਂ ਜੇ ਤੁਸੀਂ IAS ਨਹੀਂ ਵੀ ਕੀਤੇ ਤਾਂ ਵੀ ਤੁਸੀਂ ਉੱਥੇ ਬਣਦੇ, ਤਜਰਬੇ ਰਾਹੀਂ ਪੁਰਾਣਾ ਕੋਈ ਤੁਹਾਡਾ ਯਾਰ, ਮਾੜੀ ਜਿਹੀ ਅੱਖ ਜਿਹੜੀ ਆ ਉਹ ਮੋਦੀ ਜੀ ਜਾਂ ਉਹਨਾਂ ਦੀ ਪਾਰਟੀ ਨਾਲ ਮਿਲਾਉਣੀ ਪਊਗੀ, ਸਵੱਲੀ ਹੋਣੀ ਚਾਹੀਦੀ ਆ, ਨਿਗਾਹ ਹੋ ਗਈ ਸਵੱਲੀ ਤੇ ਬਸ ਤੁਸੀਂ IAS ਵੀ ਬਣ ਸਕਦੇ ਆ। ਇਹ ਜਾਣੀ ਪ੍ਰੈਕਟੀਕਲੀ ਹੋ ਰਿਹਾ। ਤੇ ਇਸੇ ਤਰੀਕੇ ਨਾਲ ਇਹਦੇ ਇੱਕ ਉਹਨਾਂ ਦੇ ਵਿਪਰੀਤ, ਉਹਦੇ ਉਲਟ ਇੱਕ ਲੋਕਾਂ ਦੀ ਨਵੀਂ ਉਮੀਦ ਤੇ ਨਵੀਂ ਜਾਗਰੂਕਤਾ ਵੀ ਉਹਦੇ ਨਾਲ ਪੈਦਾ ਹੋਈ ਕਿ ਹਾਂ ਯਾਰ, ਅਸੀਂ ਇੰਨੇ ਹੱਲੇ ਦੇ ਨਾਲ, ਇੰਨੇ ਰੌਲਾ ਰੱਪਾ ਪਾ ਕੇ, ਅਸੀਂ ਲੋਕਾਂ ਨੂੰ ਮੋਬਿਲਾਈਜ਼ ਕਰਕੇ ਅਸੀਂ ਵਾਕਿਆ ਕਿ ਇਹੋ ਜਿਹਾ ਨਿਜ਼ਾਮ ਤੇ ਗਵਰਨੈਂਸ ਖੜੀ ਕਰ ਸਕਦੇ ਹਾਂ ਜਿੱਥੇ ਕਰਪਸ਼ਨ ਨਹੀਂ ਹੋ ਘੱਟੋ ਘੱਟ। ਹੋਰ ਤੇ ਗੱਲ ਹੁਣ ਇਹ ਕਨਸੂਆਂ ਤੇ ਆ ਰਹੀਆਂ ਸੀ 4-5 ਸਾਲ ਦੀਆਂ। ਕੀ ਆ ਰਹੀਆਂ ਸੀ ਕਿ ਮੰਨ ਲਾ ਆ ਜਿਹੜੇ ਖੰਭੇ ਲਾਏ ਹੋਏ ਆ, ਇਹ ਖੰਭਿਆਂ ਦਾ ਠੇਕਾ ਦਿੱਲੀ 'ਚ ਗੱਲ ਚੱਲੀ। ਮੈਨੂੰ ਉਸ ਬੰਦੇ ਨੇ ਦੱਸਿਆ ਜਿਹਨੂੰ ਇਹ ਆਫਰ ਕੀਤੀ। ਉਹਨੂੰ ਕਹਿੰਦੇ ਜੀ ਕਿੰਨਾ ਇਹ ਖੰਭਾ ਲਾਉਣ ਦਾ? ਇੱਕ ਦਾ ਵੀ ਖੰਭਾ ਤਾਂ ਕਿਸੇ ਦਾ ਆ, ਉਹਨੇ ਲਾਉਣਾ ਹੀ ਆ। ਉਹ ਕਹਿੰਦਾ ਜੀ ਦੇਖੋ ਜੀ 400 ਰੁਪਈਆ ਲੱਗੂ ਖੰਭਾ ਲਾਉਣ ਦਾ। ਕਹਿੰਦਾ ਅੱਛਾ, ਕੇਜਰੀਵਾਲ ਕਹਿੰਦਾ ਮੈਨੂੰ ਮਿਲੋ ਸ਼ਾਮ ਨੂੰ। ਕਹਿੰਦਾ ਇਹਦਾ ਕੰਮ ਕਰਦੇ ਤੂੰ 900 ਰੁਪਈਆ। ਉਹ ਕਿਉਂ ਜੀ? ਉਹ ਕਹਿੰਦਾ ਜੀ ਇਸ ਤਰ੍ਹਾਂ ਕਰਕੇ 400 ਤਾਂ ਮੈਨੂੰ ਹੀ ਚਾਹੀਦਾ ਤੇ 500 ਤੂੰ ਕਰ ਲੈ, ਤੈਨੂੰ ਵੀ ਫਾਇਦਾ ਮੈਨੂੰ ਵੀ ਫਾਇਦਾ। 1300 ਵੱਧ ਗਿਆ, ਮੇਰਾ 400 ਵੱਧ ਗਿਆ, ਮੈਨੂੰ 400 ਤੇ ਸੈਂਕਸ਼ਨ ਤੇ ਅਸੀਂ ਕਰਨੇ, ਲਿਖਣਾ ਅਸੀਂ ਆ, ਕਮੇਟੀ ਬਣਾ ਕੇ ਅਪਰੂਵ ਕਰਾ ਦਾਂਗੇ। ਇਹ ਕੰਮ ਮੈਨੂੰ ਕਿਸੇ ਬੰਦੇ ਨੇ ਦੱਸਿਆ। ਹੁਣ ਇਹ ਗੱਲਾਂ ਦਾ ਦੇਖੋ, ਇਹ ਗੱਲਾਂ ਹੁੰਦੀਆਂ, ਇਹ ਗੱਲਾਂ ਕੋਈ ਬੰਦਾ ਕੋਈ ਕਿੜ ਕੱਢਣ ਲਈ ਵੀ ਕਿਸੇ ਨੂੰ ਕਹਿ ਸਕਦਾ। ਮੈਂ ਇਸ ਨੂੰ ਕੋਈ ਬਹੁਤਾ ਉਹ ਨਹੀਂ ਮੰਨਦਾ ਹੈ, ਇਸ ਕਰਕੇ ਅਸੀਂ ਕਦੀ ਇਹ ਬਹੁਤੀਆਂ ਗੱਲਾਂ ਕੀਤੀਆਂ ਵੀ ਨਹੀਂ। ਹੁਣ ED ਜਿਹੜੀ ਹੈ, ਜਿਸ ਤਰ੍ਹਾਂ ਇਹਨਾਂ ਮੋਚਨੇ ਨਾਲ ਕਰਪਸ਼ਨ ਦੂਰ ਕਰਨੀ ਸੀ ਫੜ ਕੇ ਸਾਰੀ ਜਗ੍ਹਾ ਤੇ, ਉਹ ਇਹਨਾਂ ਦੀ ਕਰਪਸ਼ਨ ਮੋਚਨੇ ਫੜ ਕੇ ਸਾਰੇ ਲੱਗੇ ਹੋਏ ਆ। ਕੋਈ ਖੁਰਦਬੀਨ ਲੈ ਕੇ ਚੱਲਦਾ, ਕੋਈ ਲੈਂਸ ਜਿਹਾ ਨਹੀਂ ਹੁੰਦਾ ਲੈ ਕੇ ਚੱਲਦੇ ਆ ਵੀ ਇੱਥੇ ਕੀ ਲਿਖਿਆ ਸੀ, ਇੱਥੇ ਆਓ ਇਹਦੀ ਵੀ ਥੋੜ੍ਹੇ ਅਪਰੂਵ ਲੈ ਲਓ, ਆ ਵੀ ਲੈ ਲਓ। ਲੋਕ ਤਮਾਸ਼ਾ ਦੇਖ ਰਹੇ ਤੇ ਉਹੀ ਦੇਖ ਤਮਾਸ਼ਾ ਕੀੜੀ ਦਾ, ਕਮਾਦੇ ਕਰਨਾ ਪੀੜੀ ਦਾ। ਇਹ ਅਸੀਂ ਛੋਟੇ ਹੁੰਦੇ ਸੀ ਜਦੋਂ ਇਹੋ ਜਿਹੀ ਕੋਈ ਅਮਿਊਜ਼ਿੰਗ ਕਹਾਣੀ ਹੋਵੇ, ਗਵਰਨੈਂਸ ਦਾ ਜਲੂਸ ਨਿਕਲ ਰਿਹਾ ਹੋਵੇ, ਤਾਂ ਫਿਰ ਲੋਕਾਂ ਨੂੰ ਜਿੱਥੇ ਦੁੱਖ ਹੁੰਦਾ, ਕਿਉਂਕਿ ਉਹ ਸ਼ਰੀਕ ਆ ਇਹਨਾਂ ਨੂੰ ਸੱਤਾ 'ਚ ਲਿਆਉਣ ਲਈ, ਹਾਂ ਉਹਨਾਂ ਦੀ ਜ਼ਿੰਮੇਵਾਰੀ ਹੈ। ਔਰ ਉਹ ਇਸ ਗੱਲ 'ਤੇ ਧੋਖਾ ਵੀ ਹੋਇਆ ਮਹਿਸੂਸ ਕਰਦੇ, ਭਾਵੇਂ ਦਿੱਲੀ ਦੇ ਜਾਂ ਇੱਥੇ ਦੇ ਲੋਕ ਆ। ਪਰ ਇੱਕ ਗੱਲ ਤਾਂ ਸਾਫ਼ ਨਜ਼ਰ ਆ ਰਹੀ ਹੈ, ਜਿਹੜਾ 6% ਤੁਸੀਂ ਦੱਸਿਆ
ਕਿ 12% ਆਬਕਾਰੀ ਨੀਤੀ 'ਚ, ਇਹ ਆਬਕਾਰੀ ਨੀਤੀ ਬਣੀ ਇੱਥੇ ਆ, ਨਾਲ ਇਹ ਪੰਜਾਬ ਦੇ ਨਾਲ ਬਣ ਕੇ ਬਣੀ ਆ, ਇੱਥੇ ਵੀ ਲਾਗੂ ਆ, ਉੱਥੇ ਵੀ ਲਾਗੂ ਆ। ਉੱਥੇ ਢੱਕਣ ਚੱਕਿਆ ਗਿਆ, ਇੱਥੇ ਚੱਕਿਆ ਜਾਣਾ। ਇੱਥੇ ਜੇ ਥੋੜਾ ਥੋੜਾ ਚੁੱਕਦੇ ਆ ਫਿਰ ਰੱਖ ਦਿੰਦੇ ਆ, ਚੁੱਕ ਦਿੰਦੇ ਆ, ਢੱਕਣ ਮੜ ਜਾ ਦੇਖ ਕੇ ਫਿਰ ਰੱਖ ਦਿੰਦੇ ਵੀ ਇਹਨੂੰ, ਇਸ ਸਪੋਲੀਏ ਨੂੰ ਬਾਅਦ 'ਚ ਕੱਢਾਂਗੇ, ਪਹਿਲਾਂ ਉੱਥੇ ਸੱਪ ਨੂੰ ਫੜ ਲਓ। ਤੇ ਉਹਦੇ 'ਚ ਸਿਸੋਦੀਆ ਦਾ ਨਾਂ ਪਾ ਦਿੱਤਾ, ਤੁਹਾਨੂੰ ਪਤਾ ਹੀ ਆ। ਤੇ ਇੱਕ ਦਿਨ ਕੇਜਰੀਵਾਲ ਦਾ ਵੀ ਨਾਂ ਸੁਣਿਆ ਸੀ, ਪਰ ਕੇਜਰੀਵਾਲ ਇੰਨਾ ਹੁਸ਼ਿਆਰ IRS ਹੈ, ਉੱਥੋਂ ਰਿਜ਼ਾਈਨ ਕਰਕੇ ਉਹਨੂੰ ਪਤਾ ਕਿ ਰੈਵਨਿਊ ਮਹਿਕਮਾ ਜਿਹੜਾ ਸਾਰਾ ਇਹ IT ਹੋਰ ਸਾਰਾ ਇਹਦੇ 'ਚ ਹੈਂਡਲ ਇਹਨੂੰ ਕਿਵੇਂ ਕਰਨਾ ਤੇ ਇਹ ਤੋਂ ਬਚਣਾ ਕਿਵੇਂ ਆ। ਜਿਹੜੀ ਇੱਕ ਮਨਜਿੰਦਰ ਸਿਰਸਾ ਨੇ ਤੁਸੀਂ ਪਿੱਛੇ ਜੇ ਸੁਣੀ ਹੋਣੀ ਉਹਦੀ ਗੱਲਬਾਤ, ਕਿ ਉਹ ਕਹਿ ਰਹੇ ਸੀਗੇ L1 ਦਾ ਜਿਹੜਾ ਮਾਰਜਨ ਹੁੰਦਾ ਲਗਭਗ 6% ਦੇ ਨੇੜੇ ਹੁੰਦਾ, ਵੀ ਉਹ L1 ਵਾਲਿਆਂ ਨੂੰ ਦਿੱਤਾ ਹੀ 12% ਤਾਂ ਕਿ ਦਿੱਤਾ ਗਿਆ ਆ ਕਿ 6% ਇਲੈਕਸ਼ਨ ਵਾਲੀ ਉਹਨਾਂ ਤੋਂ ਵਾਪਸ ਵੀ ਲੈਣਾ। ਇੱਕ ਗੱਲ, ਦੂਸਰਾ ਇਹ ਗੱਲ ਹੋਈ ਵੀ ਪਤਾ ਲੱਗਾ ਕਿ ਉਹਨਾਂ ਠੇਕੇਦਾਰਾਂ ਨੇ ਸ਼ੁਰੂਆਤੀ ਦੌਰ 'ਚ ਦਿੱਤੇ, ਜਦੋਂ ਨਹੀਂ ਦਿੱਤੇ ਤੇ ਉਹਨਾਂ ਨੇ ਅੱਖਾਂ ਫੇਰ ਲਈਆਂ ਤੇ ਬਦਕਿਸਮਤੀ ਦੀ ਉਹਨਾਂ ਦੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਬਣ ਗਈ। ਫਿਰ ਇਹ ਵੀ ਲੱਗਾ ਵੀ ਜਿਹੜੇ ਉਹਨਾਂ ਦੇ ਪੰਜਾਬ 'ਚ ਕਾਰੋਬਾਰ ਸੀਗੇ ਉਹ ਫਿਰ ਤਾਲਾ ਲਵਾ ਕੇ ਬੰਦ ਕਰਵਾਏ ਤੇ ਫਿਰ ਮੁੜ ਕੇ ਉਹਨਾਂ ਤੋਂ ਉਗਰਾਹੀ ਸਾਰੀ ਕੀਤੀ ਗਈ। ਇਹ ਵੀ ਗੱਲਾਂ ਚੱਲ ਰਹੀਆਂ ਨੇ। ਨਹੀਂ, ਇਹ ਤੇ ਫੈਕਟ ਹੀ ਹੈਗਾ। ਕਿਹੜਾ ਇੱਥੇ ਸਾਧੂ ਆ? ਮੈਂ ਤੁਹਾਨੂੰ ਪਹਿਲੀ ਗੱਲ ਕਿਉਂ ਸੁਣਾਈ ਜਿਹੜੀ 400 ਤੋਂ 900 ਵਾਲੀ ਖੰਭੇ ਵਾਲੀ, ਖੰਭਾ ਲਾਉਣ ਵਾਲੀ, ਮੈਨੂੰ ਉਹਦੇ 'ਚ ਤੰਤ ਲੱਗਦਾ। ਉਦੋਂ ਤੇ ਮੈਨੂੰ ਲੱਗਾ ਕਿ ਕਿਸੇ ਦਾ ਪ੍ਰਚਾਰ ਵੀ ਹੋ ਸਕਦਾ, ਠੀਕ ਵੀ ਹੋ ਸਕਦੀ ਹੈ। ਅਗਲਾ ਦੇ ਵਿਸ਼ਵਾਸ ਨਾਲ ਕਹਿੰਦਾ ਮੈਂ ਨਿੱਜੀ ਤੌਰ ਤੇ ਕਹਿੰਦਾ, ਪਰ ਕੌਣ ਵਿਸ਼ਵਾਸ ਕਰੇ? ਕਿਸੇ ਤੁਸੀਂ ਐਡੇ ਵੱਡੇ ਲੀਡਰ ਤੇ ਕੋਈ ਦੋਸ਼ ਲਾਉਣਾ, ਤੁਹਾਡੇ ਕੋਲ ਪੁਖਤਾ ਸਬੂਤ ਹੋਣੇ ਚਾਹੀਦੇ ਆ। ਮਨਜਿੰਦਰ ਸਰਸੇ ਵਾਲੀ ਗੱਲ ਵੀ, ਹੁਣ ਜਦ ਤੱਕ ਕੋਈ ਸਬੂਤ ਨਹੀਂ ਪੇਸ਼ ਕਰਦਾ ਉਦੋਂ ਤੱਕ ਤੇ ਮੁਸ਼ਕਿਲ ਹੈ। ਸਬੂਤ ਕੌਣ ਪੇਸ਼ ਕਰ ਸਕਦਾ? ਉਹ ਵਿਜੀਲੈਂਸ ਏਜੰਸੀਆਂ ਕੋਲ ਥੋੜਾ ਬਹੁਤ ਆ ਸਕਦਾ, ਉਹ ਵੀ ਬੜਾ ਔਖਾ ਹੋਊਗਾ, ਸੌਖਾ ਨਹੀਂ ਹੋਊਗਾ। ਅਲਟੀਮੇਟਲੀ ਮੈਨੂੰ ਲੱਗਦਾ ਇਹਦੇ 'ਚੋਂ ਸ਼ਾਇਦ ਇਹ ਵੀ ਇੰਜ ਹੋ ਜੇ ਕਿ ਮੁੜ ਕੇ ਸਾਫ ਸਫਾਈਆ ਹੀ ਹੋ ਜੇ, ਕੋਈ ਅਸਲ 'ਚ ਕੋਰਟ ਦੇ ਵਿੱਚ ਕੋਈ ਬਹੁਤਾ ਪ੍ਰੂਫ ਨਾ ਕਰ ਪਾਉਣ, ਇਹੋ ਜਿਹੇ ਕੇਸ ਜੇ ਪੁਖਤਾ ਨਾ ਹੋਣ, ਹਾਂ, ਤੇ ਉਹ ਫਿਰ ਸਟੈਂਡ ਨਹੀਂ ਕਰਦੇ। ਪਰ ਇਹੋ ਜਿਹੀ ਗੱਲ ਵੀ ਨਹੀਂ ਹੈ। ED ਜੇ ਲੱਗ ਪਵੇ ਜਾਂ ਕੋਈ ਵੀ CBI ਜਾਂ ਜਿਹੜੀ ਉਹਨਾਂ ਦੀ IP ਜੇ ਏਜੰਸੀਆਂ ਸੀਰੀਅਸਲੀ ਲੱਗ ਪੈਣ, ਇਹ ਕੇਂਦਰੀ ਏਜੰਸੀਆਂ ਹੀ ਸੀ ਕਿ 15-10 ਸਾਲ ਕੰਮ ਕਰਨ ਤੋਂ ਬਾਅਦ ਬਾਬਾ ਰਾਮ ਰਹੀਮ ਨੂੰ ਅੰਦਰ ਦਿੱਤਾ। ਤੁਹਾਨੂੰ ਪਤਾ ਨਾ, ਇਹ ਉਹਨਾਂ ਏਜੰਸੀਆਂ ਦਾ ਹੀ ਕੰਮ ਹੈ। ਫਿਰ ਉਹਨਾਂ ਨੇ ਇਹੋ ਜਿਹਾ ਪੁਖਤਾ ਕੇਸ ਜਿਹੜਾ ਤਿਆਰ ਕੀਤਾ। ਇੱਥੇ ਮੇਰਾ ਤਾਂ ਖਿਆਲ ਹੈ ਕਿ ਜੇ ਵਾਕਿਆ ਹੀ ਘਪਲਾ ਏਡੇ ਵੱਡੇ ਪੱਧਰ 'ਤੇ ਆ ਕਿ ਸ਼ਰਾਬ ਤੁਸੀਂ ਜਿਹੜੀ ਕਿ ਸਰਕਾਰੀ ਸੀਗੀ ਆ ਪ੍ਰਾਈਵੇਟ ਕਰਤੀਆਂ, ਖੁੱਲ੍ਹੇ ਗੱਫੇ ਜਿੰਨੀ ਮਰਜ਼ੀ ਵੇਚੋ। ਪੰਜਾਬ 'ਚ ਵੀ ਹੈ, ਪਹਿਲਾਂ ਉਹ ਨਿਯਮਤ ਸੀ, ਕੋਟਾ ਸੀ, ਲਿਮਟਿਡ ਸੀ, ਹੁਣ ਤੁਸੀਂ ਸਾਨੂੰ ਸਾਡਾ ਹਿੱਸਾ ਦੇ ਦਿਓ, ਬਾਕੀ ਜਿੰਨਾ ਮਰਜ਼ੀ ਚੱਕੀ ਜਾਓ। ਇਹ ਚੱਲ ਪਿਆ ਹੋਇਆ, ਜਿੱਥੇ ਮਰਜ਼ੀ ਵੇਚੋ। ਜੋ ਮਾਰ ਗੁਜਰਾਤ 'ਚ ਪੰਜਾਬ ਦੀ ਸ਼ਰਾਬ ਮਿਲਦੀ 2 ਨੰਬਰੀ, ਉੱਥੇ ਵੈਸੇ ਬੈਨ ਆ, ਲੈ ਲਓ ਜਿਹੜੀ ਮਰਜ਼ੀ। ਇਹੀ ਤੇ ਸਾਡਾ ਸਾਰਾ ਕੁਝ ਚੱਲਦਾ। ਉੱਥੇ ਦੀ ਪੋਲੀਟਿਕਸ ਵੀ ਦੇਖ ਲਓ ਤੇ ਇੱਥੇ ਦੀ ਵੀ ਦੇਖ ਲਓ ਤੇ ਦਿੱਲੀ ਦੀ ਵੀ ਦੇਖ ਲਓ। ਉੱਥੇ BJP ਦੀ ਆ ਗੁਜਰਾਤ 'ਚ, ਤੇ ਬਾਕੀ ਜਿੱਥੇ ਵੀ ਡਰਾਈ ਏਰੀਆ ਉੱਥੇ ਵੀ ਇਹ ਕਾਫੀ ਸਪਲਾਈ ਕਰਕੇ ਮੋਟਾ ਪੈਸਾ ਸਾਰੇ ਪਾਸੇ ਜਾ ਰਿਹਾ। ਕਿਉਂਕਿ ਇਹ ਕਹਿੰਦੇ, ਇਹਨਾਂ ਦਾ ਕੀ ਆਰਗੂਮੈਂਟ ਪੰਜਾਬ ਵਾਲਿਆਂ ਦਾ ਕਿ ਦੇਖੋ ਜੀ ਸਾਨੂੰ 6000 ਕਰੋੜ ਪਹਿਲਾਂ ਇੱਥੋਂ ਮਿਲਦਾ ਸੀ, ਅਸੀਂ ਪੈਸਾ ਵਧਾਇਆ, ਇਹਨਾਂ ਨੂੰ ਪਚਦਾ ਨਹੀਂ ਵਿਰੋਧੀ ਪਾਰਟੀਆਂ ਨੂੰ, ਅਸੀਂ ਪਹਿਲਾਂ ਨਾਲੋਂ ਅਸੀਂ 9000 ਕਰੋੜ ਕਰਤਾ, 9500 ਕਰੋੜ ਕਰਤਾ। ਕੀ ਸਰਕਾਰੀ ਖਜ਼ਾਨੇ 'ਚ ਪੈਸਾ ਚੰਗਾ ਨਹੀਂ ਲੱਗਦਾ ਤੁਹਾਨੂੰ? ਭਾਈ ਸਰਕਾਰੀ ਖਜ਼ਾਨੇ 'ਚ ਤੇ ਪੈਸਾ ਆ ਗਿਆ, ਪਰ ਜਿਹੜੇ ਦੂਜੇ ਪਾਸੇ ਖੁੱਲ੍ਹੇ ਨੱਕੇ ਖੋਲ੍ਹਤੇ ਪੂਰੇ ਦੇ ਪੂਰੇ, ਉਹ ਤੇ ਉਹਦੇ ਵਿੱਚੋਂ ਜਿਹੜਾ ਭੱਜ ਕੇ ਮਾਲ ਦੂਜੇ ਪਾਸੇ ਆ ਰਿਹਾ, ਉਹ ਜਿਹੜਾ ਇੱਕ ਪਾਸੇ ਇੱਕ ਨੱਕਾ ਉਧਰ ਨੂੰ ਮੋੜ ਦਿੱਤਾ। ਤੇ ਇਹ ਸਾਰੀ ਗੱਲ ਗੁਰਨਾਮ ਜੀ ਜੱਗ ਜਾ ਰਿਹਾ, ਬਿਨਾਂ ਪੈਸੇ ਤੋਂ ਚੱਲਦਾ ਨਹੀਂ। ਔਰ ਖਾਸ ਕਰ ਕੇਜਰੀਵਾਲ ਦੀ ਸਰਕਾਰ ਹੋਵੇ, ਔਰ ਸਰਕਾਰ ਕਹਿ ਲਓ ਜਾਂ ਕੇਜਰੀਵਾਲ ਦੀ ਪਾਰਟੀ ਕਹੋ, ਸਰਕਾਰ ਨਾ ਕਹੋ, ਉਹ ਪਾਰਟੀ ਹੋਵੇ ਤੇ ਉਹ ਪੈਸਾ ਛੱਡ ਦੇ। ਅਗਰਵਾਲ ਸਾਹਿਬ ਆ, ਉਹ ਭੁੱਲਿਓ ਨਾ ਇਹ ਗੱਲ। ਹਾਂ, ਇਹ ਡਾਕਟਰ ਦਲਜੀਤ ਉਹਨਾਂ ਨੇ ਤੇ ਜਿਹੜੇ ਅੰਮ੍ਰਿਤਸਰ ਵਾਲੇ ਆ, ਉਹਨਾਂ ਨੇ ਬੜੀ ਡਿਟੇਲ ਇੱਕ ਗੱਲ ਉਹਨੇ ਆਪ ਕਹੀ ਸੀ, ਮੈਂ ਬਾਨੀਆਂ ਹੂੰ ਧੰਦਾ ਕਰਨਾ ਜਾਣਤਾ ਹੂੰ। ਬਸ ਇਹ ਧੰਦਾ ਕਰ ਰਹੇ ਆ। ਫਿਰ ਜੇ ਉਹ ਆਪ ਹੀ ਕਹਿੰਦੇ ਆ ਤੇ ਫਿਰ ਤਾਂ ਦੇਖੋ ਇਹ ਸੈਲਫ ਕਨਫੈਸ਼ਨ ਹੈ, ਉਹ ਆਪ ਹੀ ਸਰਟੀਫਿਕੇਟ ਦੇ ਰਹੇ ਆ ਤੇ ਇਹ ਧੰਦਾ ਕਰ ਰਹੇ ਆ। ਤੇ ED ਕਹਿੰਦੀ ਅਸੀਂ ਕਰ ਨਹੀਂ ਦੇਣਾ। ਰੌਲਾ ਇਹੀ ਆ ਜਿਹੜਾ ਤੁਸੀਂ ਪੰਜਾਬ 'ਚ ਕਿਹਾ, ਇਹ ਮੇਰੇ ਲਈ ਖਬਰ ਆ, ਕਿਉਂਕਿ ਕਈ ਗੱਲਾਂ ਸਾਨੂੰ ਵੀ ਨਹੀਂ ਪਹੁੰਚਦੀਆਂ ਜਿਹੜੀਆਂ ਤੁਹਾਡੇ ਕੋਲ ਪਹੁੰਚ ਜਾਂਦੀਆਂ। ਕਹਿੰਦੇ ਬਾਂਹ ਮਰੋੜਨ ਲਈ ਜਦੋਂ ਮੁੱਕਰ ਗਏ ਵੀ ਅਸੀਂ ਨਹੀਂ 6% ਦਿੰਦੇ, ਠੀਕ ਹੈ ਇੱਕ ਵਾਰੀ ਦੇਤਾ ਸ਼ੁਰੂ 'ਚ, ਹੁਣ ਉੱਥੇ ਕਿਹੜਾ ਕੋਈ ਰਿਟਰਨ ਆ? ਪਤਾ ਨਹੀਂ ਹੋਰ ਲਿਆ, ਹਾਂ ਵੀ ਹਾਂ ਸਰਕਾਰ ਬਣ ਗਈ। ਫਿਰ ਇੱਥੇ ਕਹਿੰਦੇ ਫੈਕਟਰੀਆਂ ਬੰਦ ਕਰਕੇ, ਤੇ ਉਹਨਾਂ ਨੂੰ ਕਿਹਾ ਵੀ ਚੰਗਾ ਫਿਰ ਆਏ ਉੱਥੇ ਜੀਰੇ ਵੀ ਤਾਂ ਮਲਹੋਤਰੇ ਉਹਨਾਂ ਦੀ ਆ, ਮੈਲਬਰੋਸ, ਤੇ ਉੱਥੇ ਵੀ ਹੁਣ ਉੱਥੇ ਵੀ ਕੋਈ ਨਾ ਕੋਈ ਵਿੱਚੋਂ ਨਿਚੋੜ ਕੇ ਕੱਢਿਆ ਹੀ ਜਾਊਗਾ ਕੁਛ ਨਾ ਕੁਛ, ਜਿੰਨਾ ਕੁ ਵੀ ਨਿਕਲੂਗਾ ਪਤਾ ਨਹੀਂ ਹੈ ਮੈਨੂੰ। ਓਵਰਆਲ ਜਿਹੜਾ ਮੇਰਾ ਲੱਗਦਾ ਕਿ ਸੱਚੀ ਮੁੱਚੀ ਲੋਕ ਕਰਨ ਤੇ ਕੀ ਕਰਨ। ਆਫਟਰ ਆਲ ਪਾਰਟੀਆਂ ਨੇ ਰਾਜ ਕਰਨਾ, ਕਿਹਦਾ ਰਾਜ ਲਿਆਉਣ? 2 ਤੋਂ 7 ਤੀਜੇ ਆ, ਇਹਦੇ ਤਾਂ ਹਾਲ ਹੋ ਗਈ।
ਨਹੀਂ ਹਾਲ ਮਹਿੰਗੇ ਨੇ ਉਹਦੇ ਨਾਲੋਂ ਵੀ ਮਾੜਾ ਹੀ ਆ। ਉਹ ਆਪਣਾ ਉਹਨਾਂ ਦਾ ਵੀ ਮੰਨ ਲਓ ਤੁਸੀਂ, ਉਹ ਪਾਰਟੀਆਂ ਠੱਗੀ ਠੋਰੀ ਚਲਾਉਂਦੀਆਂ ਸੀ, ਵੱਡੇ ਪੱਧਰ ਤੇ ਚਲਾਉਂਦੀਆਂ ਸੀ, ਥੋਕ ਦੇ ਭਾਅ ਚਲਾਉਂਦੀਆਂ। ਪਰ ਤੁਹਾਨੂੰ ਨਾ ਉੱਥੇ ਇੱਕ ਪਤਾ ਨਹੀਂ, ਜਾਂ ਤੇ ਸਾਡੀ ਸਾਈਕਾਲੋਜੀ ਆ, ਲੋਕਾਂ ਨੂੰ ਇੰਝ ਲੱਗਦਾ ਸੀ ਵੀ ਯਾਰ ਜੇ ਕਹਿ ਤਾ ਤੇ ਕੰਮ ਹੋ ਜਾਊ। ਇੱਥੇ ਤੇ ਬੰਦਿਆਂ ਦਾ ਹੀ ਨਹੀਂ ਪਤਾ ਲੱਗਦਾ। ਉੱਥੇ DC ਨਹੀਂ ਸੂਤਰ ਆਉਂਦਾ। ਮੈਨੂੰ ਤਾਂ ਲੱਗਦਾ ਕੋਈ ਹੌਲੀ ਹੌਲੀ ਆਉਣਾ ਕਿ ਇਹਨਾਂ ਦੀ ਪੀਐਨ ਨੇ ਵੀ ਨਹੀਂ, ਜਿਹੜਾ ਬਾਹਰ ਖੜਾ ਹੁੰਦਾ ਅਰਦਲੀ, ਉਹਨੇ ਨਹੀਂ ਸੁਣਿਆ ਕਰਨੀ। ਉਹਨੇ ਨਹੀਂ ਜੀ ਮੈਂ ਚੱਲਿਆ ਜੀ, ਤੁਸੀਂ ਇੱਥੇ ਬੈਠੇ ਰਹੋ, ਤੁਸੀਂ ਵਿਹਲੇ ਆ, ਤੁਸੀਂ ਇੱਥੇ ਆਪਣੀ ਪੋਲੀਟਿਕਸ ਕਰਨੀ ਆ, ਮੈਂ ਆਪਣੇ ਨਿਆਣੇ ਦੇਖਣੇ, ਮੈਂ ਚੱਲਿਆ 5 ਵਜੇ ਘਰ ਨੂੰ। ਇਹੋ ਜਿਹੀ ਹਾਲਤ ਹੋ ਸਕਦੀ ਹੈ। ਕਿਉਂ? ਜਦੋਂ ਤੁਹਾਡੀ ਆਪਣੀ ਇੱਕ ਮੋਰਲ ਪਾਵਰ, ਨੈਤਿਕ ਸ਼ਕਤੀ ਜਿਹੜੀ ਲੋਕਾਂ ਦੇ ਵਿੱਚ, ਉਹ ਭਰੋਸਾ ਜਿਹਾ ਨਹੀਂ ਰਹਿੰਦਾ, ਤਾਂ ਲੋਕ ਫਿਰ ਕਹਿੰਦੇ ਆ ਕਿ ਯਾਰ ਹੈ ਤੇ ਇਹਨਾਂ ਦੇ ਅੱਲੇ ਪੱਲੇ ਕੁਛ ਨਹੀਂ, ਆਪਾਂ ਕਰਕੇ ਦੇਖ ਲਿਆ। ਐਵੇਂ ਇਹਨਾਂ ਦੀ ਅਧੀਨਗੀ ਗੁਲਾਮੀ ਕਰੀ ਜਾਣੀ ਆ। ਉਸ ਕਿਸਮ ਦਾ ਗਵਰਨੈਂਸ ਦੇ ਵਿੱਚ ਇੱਕ ਦਬਦਬਾ ਚਾਹੀਦਾ, ਇੱਕ ਰੋਬ ਦਾਬ ਚਾਹੀਦਾ, ਇੱਕ ਸ਼ਬਦ ਦੀ ਕੀਮਤ ਹੋਣੀ ਚਾਹੀਦੀ, ਬਿਆਨ ਦੇ ਕੋਈ ਅਰਥ ਹੋਣੇ ਚਾਹੀਦੇ। ਨਿੱਕੀ ਗੱਲ ਕਵਾਂ, ਇਹ ਧਾਰਮਿਕ ਇਸ਼ੂ ਆ ਬਰਗਾੜੀ ਵਾਲਾ, ਤੇ ਅਕਤੂਬਰ ਐਂਡ ਤੱਕ ਦਾ ਸਮਾਂ ਤੇ ਆਪ ਹੀ ਸਪੀਕਰ ਸਾਹਿਬ ਸੰਧਵਾਂ ਜੀ ਦੇ ਕੇ ਆਏ ਸੀ ਨਾ, ਨਵੰਬਰ ਐਂਡ ਦਾ। ਹਾਂ 2000, ਹਾਂ 1.5 ਮਹੀਨਾ ਨਵੰਬਰ ਐਂਡ 'ਚ ਖਤਮ ਹੁੰਦਾ ਸੀ। ਉਹਦੇ ਬਾਅਦ ਦਸੰਬਰ ਨਿਕਲ ਗਿਆ, ਜਨਵਰੀ ਨਿਕਲ ਗਈ, ਫਰਵਰੀ ਆ ਗਈ। ਫਿਰ ਕੁਛ ਹੁਣ FIR 1 ਦਰਜ ਕੀਤੀ, ਅੱਜ ਕੋਟਕਪੂਰੇ ਵਾਲੀ ਰਹਿੰਦੀ ਆ। ਠੀਕ, ਤੇ ਇਹ ਜਦੋਂ ਆਪਣੇ ਹੀ ਸ਼ਬਦ ਪਬਲਿਕਲੀ ਅਨਾਉਂਸ ਕੀਤੇ, ਉਹ ਵੀ ਇੱਡੇ ਸੈਂਸਿਟਿਵ ਮੁੱਦੇ ਦੇ ਉੱਤੇ ਪੂਰੇ ਨਾ ਉਤਰਨ, ਲੋਕ ਕੀ ਭਰੋਸਾ ਕਰਨਗੇ? ਇਹ ਦਿੱਕਤਾਂ ਹੈ ਜੀ। ਮੇਰਾ ਸਵਾਲ ਉੱਥੇ ਖੜਾ ਆ ਵੀ ਜਿਵੇਂ ਦੀਪ ਮਲਹੋਤਰੇ ਦੇ ਮੁੰਡੇ ਦੀ ਵੀ ਗ੍ਰਿਫਤਾਰੀ ਹੋ ਗਈ ਆ, ਬਈ ਲੱਗ ਨਹੀਂ ਰਿਹਾ ਕਿ ਜਿਹੜੇ ਇੰਡਸਟਰੀਜ਼ ਆ ਜਾਂ ਕਾਰੋਬਾਰੀ ਨੇ, ਜੇ ਉਹ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦੇ ਨੇ, ਉਦੋਂ ED ਖਿੱਚੀ ਫਿਰਦੀ ਆ, ਤੇ ਜੇ ਕਿਸੇ ਹੋਰ ਪਾਰਟੀ ਨੂੰ ਸਪੋਰਟ ਕਰਦੇ ਤਾਂ ਪੰਜਾਬ ਦੀ ਵਿਜੀਲੈਂਸ ਖਿੱਚੀ ਫਿਰਦੀ ਆ। ਇਹ ਤੁਸੀਂ ਜਿਹੜਾ ਤਾਣਾ ਬਾਣਾ, ਇਹਨੂੰ ਕਿਵੇਂ ਦੇਖਦੇ ਹੋ? ਦੇਖੋ, ਬੜੀ ਹੈਰਾਨੀ ਦੀ ਗੱਲ ਆ ਕਿ ਜਿਹੜੀ ਪਾਰਟੀ ਸਾਬਣ ਬਣ ਕੇ ਆਈ ਸੀ ਕਾਲਖ ਧੋਣ ਲਈ, ਤੇ ਜੇ ਉਹ ਸਾਬਣ ਹੀ ਕਾਲਾ ਕਰੀ ਜਾਣ ਲੱਗ ਪਏ, ਤੇ ਫਿਰ ਤੇ ਤੁਸੀਂ ਹਾਲਤ ਕੀ ਆ? ਹੁਣ ਡਾਕਟਰ ਕੋਲ ਬੰਦਾ ਜਾਂਦਾ ਤੇ ਹੈ ਕਿ ਮੇਰੀ ਖੰਘ ਦੀ ਦਵਾਈ ਦਿਓ, ਤੇ ਜੇ ਉੱਥੇ ਖੰਘ ਹੋਰ ਵਧਣ ਲੱਗ ਜੇ ਤੇ ਫਿਰ ਉਹ ਦਵਾਈ ਨਹੀਂ ਹੈ, ਇਹਦਾ ਮਤਲਬ ਡਾਕਟਰ ਦੀ ਦਵਾਈ ਕੋਈ ਅਸਰ ਨਹੀਂ ਕਰ ਰਹੀ, ਜਾਂ ਕੋਈ ਉਲਟ ਦੇ ਦਿੱਤੀ ਹੈ ਜਿਹਦੇ ਨਾਲ ਹੋਰ ਵੱਧ ਗਈ ਹੈ। ਇਹੀ ਹਾਲਤ ਇਹਨਾਂ ਦੀ ਹੈ। ਇੱਥੇ ਵਿਜੀਲੈਂਸ ਨੂੰ ਇਸ ਕਰਕੇ ਇਹਨਾਂ ਨੇ ਐਕਟਿਵ ਕੀਤਾ, ਇੱਕ ਬਿਲਕੁਲ ਤੁਸੀਂ ਜਿਵੇਂ ਆਪਣੀ ਇੰਟਰੋ 'ਚ ਕਿਹਾ ਕਿ ਰਾਜਨੀਤਿਕ ਹਥਿਆਰ ਦੇ ਤੌਰ ਤੇ ਵਿਰੋਧੀਆਂ ਦੇ ਮੂੰਹ ਬੰਦ ਕਰਨ ਲਈ, ਕਿ ਉਹਨਾਂ ਨੂੰ ਚਿੱਤ ਕਰ ਦਈਏ ਤੇ ਉਹ ਫਿਰ ਥੋੜ੍ਹੇ ਜਿਹੇ ਆਪਣੇ ਤੌਰ ਤੇ ਕਾਰਨਰਡ ਰਹਿਣ, ਚਿੰਤਤ ਰਹਿਣ। ਇਸ ਕਿਸਮ ਦਾ ਉਹਨਾਂ ਦੇ ਮਨ ਵਿੱਚ ਹੋ ਸਕਦਾ। ਪਰ ਕੁਝ ਗੱਲਾਂ ਮੇਰੇ ਮਨ 'ਚ, ਇੱਕ ਕੱਲ੍ਹ ਦੀ ਗੱਲ ਮੈਂ ਇਸ ਤਰ੍ਹਾਂ ਇੰਟਰਵਿਊ ਕਰ ਰਹੇ ਸੀ, ਮੇਰੇ ਮਨ 'ਚ ਇਹ ਆਉਂਦਾ ਹੈਗਾ ਗੁਰਨਾਮ, ਕਿ ਜੇ ਇਹੋ ਜਿਹੀ ਗੱਲ ਹੈਗੀ ਹੈ ਤਾਂ ਚਾਹੀਦਾ ਇਹ ਹੈ ਕਿ ਇੱਕ ਵਾਰੀ, ਕਿਉਂਕਿ ਇੱਕ ਵੱਡੀ 10-12 ਬੰਦਿਆਂ ਦਾ ਲਿਸਟ ਪੜ੍ਹੀ ਮੇਰੇ ਸਾਹਮਣੇ ਕਿਸੇ ਨੇ, ਕਿ 10-12 ਬੰਦੇ ਜਿਹੜੇ ਕੁੱਲ ਮਿਲਾ ਕੇ ਜਿਨ੍ਹਾਂ ਦੇ ਉੱਤੇ ਵਿਜੀਲੈਂਸ ਪੰਜਾਬ ਦੇ ਉੱਤੇ ਪੋਲੀਟੀਕਲ ਲੀਡਰਾਂ ਤੇ ਕਰ ਰਹੀ ਹੈ, ਉਹਨਾਂ ਨੇ ਇਹ ਗੱਲ ਇਹ ਕੀਤੀ, ਮੇਰੇ ਮਨ 'ਚ ਇਹ ਆ ਰਿਹਾ ਹੈ ਗੁਰਨਾਮ, ਕਿ ਚਾਹੀਦਾ ਇੱਕ ਕਮਿਸ਼ਨ ਬਣਾ ਦੇਣ ਛੋਟਾ ਜਿਹਾ, ਉਹ ਇਕੱਲੇ ਨੂੰ ਕਿਹਦੇ ਪਿੱਛੇ ਵਿਜੀਲੈਂਸ ਨੂੰ, ਉਹਨਾਂ ਨੂੰ ਕਹੋ ਜੀ ਦੇਖੋ ਜੀ ਤੁਹਾਡੇ, ਸਾਨੂੰ ਪਤਾ ਤੁਹਾਡੀਆਂ ਜਾਇਦਾਦਾਂ ਹੈਗੀਆਂ, ਠੀਕ, ਤੁਸੀਂ ਹੁਣ ਇਸ ਨੂੰ ਕਾਲੇ ਧਨ ਨੂੰ ਬਿਨਾਂ ਜੇਲ੍ਹ 'ਚ ਗਿਆ ਸਾਫ਼ ਕਰਨਾ ਚਾਹੁੰਦੇ ਆ, ਤੇ ਇਹਦਾ 80% 90% ਜਿੰਨਾ ਵੀ ਹੈਗਾ ਉਹ ਸਾਨੂੰ ਸਰਕਾਰ ਨੂੰ ਦੇ ਦਿਓ, ਅਸੀਂ ਤੁਹਾਨੂੰ ਵਾਰਨਿੰਗ ਦੇ ਕੇ ਗਾਂ ਤੋਂ ਮਾਫ਼ ਕਰ ਦਿੰਦੇ ਆ। 30 ਸਾਲ ਦੇ ਜਿੰਨੇ ਪੰਜਾਬ 'ਚ MLA ਬਣੇ, MP ਬਣੇ, ਜਾਂ ਜਿੰਨੇ ਅਫਸਰ ਰਹੇ ਆ, ਸਾਰਿਆਂ ਨੂੰ ਇਕੱਠੇ ਕਰ ਲਿਆ ਜਾਵੇ। ਬਿਲਕੁਲ, ਭਾਵੇਂ ਜੱਜ ਰਿਟਾਇਰ ਹੋਏ ਹੋਣ, ਭਾਵੇਂ IAS ਰਿਟਾਇਰ ਹੋਏ ਹੋਣ, ਭਾਵੇਂ ਉਹ IPS ਅਫਸਰ ਹੋਣ, ਇੱਕ ਵਾਰੀ ਉਹਨਾਂ ਨੂੰ ਪੇਸ਼ ਕਰਦੇ, ਜਿਵੇਂ ਕਿਸਾਨਾਂ ਨੇ ਸਾਰੀਆਂ ਪੋਲੀਟੀਕਲ ਪਾਰਟੀਆਂ ਚੋਣਾਂ ਤੋਂ ਪਹਿਲਾਂ ਪੇਸ਼ ਕੀਤੀਆਂ 36 ਸੈਕਟਰ, ਤੁਸੀਂ ਉੱਥੇ ਹੀ ਸੀਗੇ। ਹਾਂ, ਤੇ ਉਹੋ ਜਿਹਾ ਨਜ਼ਾਰਾ ਇੱਕ ਵਾਰੀ ਲਿਆਉਣ ਵੀ ਆਹ ਕਮਿਸ਼ਨ ਆ ਜਿਹੜਾ ਤੁਹਾਨੂੰ ਕਿਉਂਕਿ ਘਰ ਦੀਆਂ ਨਿਆਣੇ ਰੋਜ਼ ਕਈਆਂ ਨੂੰ ਦਿਲ ਦਾ ਦੌਰਾ ਪਊਗਾ ਡਰ ਦੇ ਮਾਰੇ, ਜਿਹੜੇ ਥੋੜ੍ਹੇ ਜਿਹੜਾ ਇੱਜ਼ਤ ਦਾ, ਹਾਂ ਜਿਨ੍ਹਾਂ ਨੂੰ ਆਪਣੀ ਇੱਜ਼ਤ ਦਾ ਸਵਾਲ ਆ, ਕਈ ਤਾਂ ਹੁੰਦੇ ਆ ਇੱਥੇ ਕਿਸੇ ਕਹਿੰਦੇ 2 ਪਈਆਂ ਵਿਸਰ ਗਈਆਂ, ਕਿਹੜੀ ਗੱਲ ਆ, ਜੇਲ੍ਹ ਜਾਣਾ ਤੇ ਇੱਕ ਸਰੋਂ ਰੁਤਬਾ ਹੀ ਵੱਧਦਾ, ਹਾਂ ਬਦਨਾਮ ਹੋਂਗੇ ਤਾਂ ਕਿਆ ਨਾਮ ਨਹੀਂ ਹੋਗਾ, ਇਹ ਵੀ ਤਾਂ ਹੈ ਨਾ, ਠੀਕ ਹੈ ਬਦਨਾਮ ਹੈ, ਨਾ ਤੇ ਰੋਜ਼ ਸਾਡਾ ਜਾ ਹੀ ਰਿਹਾ। ਇਹ ਪੋਲੀਟੀਕਲ ਬੰਦਿਆਂ ਲਈ ਇਹ ਬਹੁਤ ਜ਼ਰੂਰੀ ਹੁੰਦਾ ਕਿ ਲੋਕਾਂ ਦੀ ਮੈਮਰੀ 'ਚ ਜਿੰਦਾ ਰਹਿਣਾ। ਇਸ ਲਈ ਮੈਨੂੰ ਤੁਹਾਨੂੰ ਵੀ ਲੱਗਦਾ ਹੋਣਾ ਕਿ ਜੇ ਸਿੰਸੀਅਰਲੀ ਇਹ ਕੰਮ ਹੋਵੇ ਤੇ ਨਾਲੇ ਤੇ ਸਰਕਾਰ ਦੇ ਖਜ਼ਾਨੇ 'ਚ ਮੈਨੂੰ ਲੱਗਦਾ ਘੱਟੋ ਘੱਟ 8-10 ਹਜ਼ਾਰ ਕਰੋੜ ਰੁਪਈਆ ਤੇ ਆਰਾਮ ਨਾਲ ਆ ਜਾਊ। ਵੈਸੇ ਤੇ ਆ ਚੰਡੀਗੜ੍ਹ ਦੇ ਚਾਰੇ ਪਾਸੇ 1.5 ਲੱਖ ਕਰੋੜ ਰੁਪਈਏ ਦਾ ਅੱਗਾ ਬਣਿਆ, ਜੇ ਉਹਨੂੰ ਹੀ ਪੁੱਟ ਲਿਆ ਜਾਏ ਤੇ ਪੰਜਾਬ ਸਰਕਾਰ ਦੇ ਵਾਰੇ ਨਿਆਰੇ ਹੋ ਸਕਦੇ ਆ। ਇਹ ਕੰਮ ਧੜੱਲੇ ਨਾ ਕਰਨ, ਪਰ ਮੈਂ ਨਾਲ ਇਹ ਵੀ ਦੱਸ ਦਿਆਂ,
ਇਹਨਾਂ ਕਰਨਾ ਨਹੀਂ। ਛੋਟੇ ਸ਼ਬਦਾਂ 'ਚ ਭਗਵੰਤ ਮਾਨ ਦੀ ਸਰਕਾਰ ਜਿਹੜਾ ਕਹਿ ਰਹੀ ਆ ਕਿ ਅਸੀਂ ਕਾਲਾ ਧਨ ਜਿਹੜਾ ਆ ਉਹ ਅਸੀਂ ਕੱਢਣਾ ਆ ਤੇ ਚਿੱਟਾ ਅਸੀਂ ਹੋਣ ਨਹੀਂ ਦੇਣਾ, ਕੀ ਸਫਲ ਹੋ ਜੂਗੀ? ਪੰਜਾਬ ਦੀ ਹਾਲਾਤ ਕੋਈ ਬਦਲਦੇ ਦਿਸਦੇ ਤੁਹਾਨੂੰ? ਜਿਨ੍ਹਾਂ ਨੇ ਕਾਲਾ ਧਨ ਕੱਢਣਾ ਆ ਔਰ ਉਸ ਨੂੰ ਸਰਕਾਰੀ ਖਜ਼ਾਨੇ 'ਚ ਲਿਆਉਣਾ ਜਾਂ ਗਾਂਹ ਤੋਂ ਮੋਰੀਆਂ ਬੰਦ ਕਰਨੀਆਂ, ਉਹਨਾਂ ਦੇ ਆਪਣੇ ਹੱਥ ਕਾਲੇ ਨਹੀਂ ਹੋਣੇ ਚਾਹੀਦੇ। ਫਿਰ ਜੁਰਤ ਕਿੱਥੋਂ ਆਉਣੀ ਆ? ਹੱਥ ਤੇ ਤਾਂ ਹੀ ਚੱਲੂ ਜੇ ਤੁਹਾਡੇ ਦਿਲ ਦੇ ਵਿੱਚ ਤੇ ਮਨ ਦੇ ਵਿੱਚ ਜੁਰਤ ਆ, ਤੁਹਾਡੀ ਆਤਮਾ ਮਜ਼ਬੂਤ ਆ। ਉਹ ਹੈ ਨਹੀਂ। ਉਹ ਹੈ ਇਸ ਕਰਕੇ ਨਹੀਂ ਕਿ ਨੰਬਰ 1 ਤੇ ਚੀਫ ਜਿਸ ਤਰੀਕੇ ਨਾਲ ਦਿੱਲੀ ਦਾ ਚੀਫ ਮਿਨਿਸਟਰ ਅੱਧਾ ਚੀਫ ਮਿਨਿਸਟਰ ਆ ਤੇ ਅੱਧਾ LG ਜਿਹੜਾ ਸੁਪਰ ਚੀਫ ਮਿਨਿਸਟਰ ਆ ਉੱਥੇ ਚੱਲਣ ਹੀ ਨਹੀਂ ਦਿੰਦਾ। ਉਹਨਾਂ ਨੇ ਤੇ ਕਾਨੂੰਨਨ ਤੌਰ ਤੇ ਲੀਗਲੀ ਵੀ ਇਹ ਪਾਸ ਕਰਵਾ ਲਿਆ ਹੋਇਆ ਤੇ ਉਹ ਕੈਬਨਿਟ ਦਾ ਵੀ ਫੈਸਲੇ ਨੂੰ ਉਹ ਕਹਿੰਦਾ ਪਰਾਂ ਰੱਖ ਦਿਓ, ਮੇਰੀ ਚੱਲਣੀ ਹੈ। ਇੱਥੇ ਭਗਵੰਤ ਮਾਨ ਨੂੰ ਕੇਜਰੀਵਾਲ ਨਹੀਂ ਚੱਲਣ ਦਿੰਦਾ, ਇਹ ਵੀ ਅੱਧਾ ਚੀਫ ਮਿਨਿਸਟਰ ਆ। ਤੇ ਦੂਜਾ ਫਰੋਤ ਨੇ ਆਪਣੀ ਮਤਲਬ ਪੂਰੀ ਫਿਰਕੀ ਕਮਾਈ ਹੋਈ ਆ, ਕਦੀ ਉੱਥੇ ਜਾ ਪੂਰਾ ਜਿਹੜੇ ਬਾਰਡਰ ਏਰੀਏ ਦੇ ਵਿੱਚ 6 ਡਿਸਟ੍ਰਿਕਟ ਹੈਗੇ ਤੁਰਿਆ ਹੀ ਰਹਿੰਦਾ, ਜਾ ਕੇ ਮੱਤਾਂ ਦਿੰਦਾ, ਵਿੱਚ ਬਿਠਾ ਕੇ ਪੁਲਿਸ ਨੂੰ ਤਾਨੇ ਮਿਹਣੇ ਮਾਰਦਾ। ਉਹਨੇ ਠੋਕੀ, ਹਾਂ ਬਿਲਕੁਲ ਠੋਕਿਆ ਉਹਨੂੰ। ਤੇ ਉਹ ਜੀ ਮੇਰਾ ਗਲਾ ਖਰਾਬ ਸੀ ਇਸ ਕਰਕੇ ਮੈਂ ਜਵਾਬ ਨਹੀਂ ਦਿੱਤਾ। ਅੱਛਾ ਫਿਰ ਸਟ੍ਰੈਪਸਿਲ ਲੈ ਲੈਣੀ ਸੀ ਕਿ ਗਲਾ ਖਰਾਬ ਸੀ, ਐਵੇਂ ਗੱਲਾਂ। ਉਹ ਦੇਖੋ ਕਿਸੇ ਹੱਦ ਤੱਕ ਠੀਕ ਹੈ, ਹਾਲਾਂਕਿ ਮੈਂ ਉਸ ਤਰੀਕੇ ਦੀ ਕਾਰਵਾਈ ਦੇ ਬਿਲਕੁਲ ਹੱਕ 'ਚ ਨਹੀਂ। ਕਿਸੇ ਵੀ ਸੂਬਿਆਂ ਦੇ ਵਿੱਚ ਗਵਰਨਰ ਆਪਣੇ ਤੌਰ 'ਤੇ ਰਹੇ, ਆਪਣੇ ਉਹਦੇ ਤੌਰ ਤਰੀਕੇ ਆਪਣੀ ਯੂਰਿਸਡਿਕਸ਼ਨ 'ਚ ਰਹੇ, ਆਪਣੇ ਕਾਨੂੰਨ ਦੇ ਪਾਬੰਦ ਰਹੇ। ਪਰ ਜੇ ਤੁਸੀਂ ਆ ਕੇ ਦੂਜੀ ਜਗ੍ਹਾ ਚੀਫ ਮਿਨਿਸਟਰੀ ਆਪਣੀ ਝਾੜਨ ਲੱਗ ਜਾਓ, ਇਹਦੇ ਗਵਰਨਰੀ ਥੋੜ੍ਹੀ ਹੈ, ਚੀਫ ਮਿਨਿਸਟਰੀ ਹੈ, ਤਾਂ ਫਿਰ ਉਹ 10 ਮਹੀਨੇ 'ਚ ਮੁੱਖ ਮੰਤਰੀ ਉੱਠ ਕੇ ਨਹੀਂ ਜਾ ਸਕਿਆ ਤੇ ਫਿਰ ਉਹਨਾਂ ਨੇ ਫਾਇਦਾ ਲੈ ਲਿਆ ਉਸ ਸਥਿਤੀ ਦਾ। ਨਹੀਂ, ਉਹੀ ਤਾਂ ਗੱਲ ਹੈਗੀ ਹੈ ਵੀ ਇਹਨਾਂ ਦੀ ਕਮਜ਼ੋਰੀ ਕਰਕੇ ਉਹ ਮਾੜਾ ਢੱਗਾ ਬੱਤੀ ਰੋਗ। ਜੇ ਤੁਹਾਡਾ ਆਪਣੀ ਗਵਰਨੈਂਸ ਨਹੀਂ ਹੋਊਗੀ ਤੇ ਫਿਰ ਤੇ ਜਣਾ ਖਾਣਾ, ਫਿਰ ਤੇ ਜਿਹੜਾ ਮਰਜ਼ੀ ਅੱਜ 10 ਬੰਦੇ ਇਕੱਠੇ ਹੋ ਕੇ ਜਿਹੜਾ ਮਰਜ਼ੀ ਟੋਲ ਪਲਾਜ਼ਾ ਬੰਦ ਕਰ ਦਿਓ, ਕਿਸੇ ਦੀ ਕੀ ਜ਼ਰੂਰਤ ਆ? ਇੰਨਾ ਜਾਣੀ ਕਹੀਏ ਕਿ ਗਵਰਨੈਂਸ ਖੱਸੀ ਹੋ ਚੁੱਕੀ ਹੈ। ਉਹਦਾ ਫਾਇਦਾ ਗਵਰਨਰ ਵੀ ਲਈ ਜਾਂਦਾ ਵੀ ਯਾਰ ਇੱਥੇ ਤਾਂ ਕੁਝ ਹੈ ਨਹੀਂ ਹੈ, ਵੀ ਚੱਕ ਦਿਓ ਫੱਟੇ ਜਿੱਧਰ ਨੂੰ ਮਰਜ਼ੀ ਜਾ ਕੇ ਜੋ ਮਰਜ਼ੀ ਬਿਆਨ ਦਿਓ, ਇਹਨਾਂ ਨੂੰ ਜਵਾਬ ਦੇ ਕਰੋ। ਇਸ ਕਿਸਮ ਦਾ ਇਹ ਠੀਕ ਨਹੀਂ ਹੈਗਾ, ਇਹਨਾਂ ਨੂੰ ਆਉਣਾ ਪੈਣਾ। ਇਹਨਾਂ ਨੂੰ ਪਹਿਲਾਂ ਤੇ ਜਿਹੜਾ ਬੋਝ ਦਿੱਲੀ ਦਾ ਪਾਇਆ ਸਿਰ 'ਤੇ, ਪੰਜਾਬ ਦੇ ਵਿੱਚ ਤੁਸੀਂ ਨਹੀਂ ਚੱਲ ਸਕਦੇ ਦਿੱਲੀ ਵੱਲ ਧਿਆਨ ਰੱਖ ਕੇ। ਇਹ ਜਿੰਨਾ ਛੇਤੀ ਫੈਸਲਾ ਭਗਵੰਤ ਮਾਨ ਲੈ ਲੂਗਾ ਉਹਨਾਂ ਬਚਿਆ ਰਹੂਗਾ। ਇਹਨੇ ਇੱਥੇ ਰਹਿਣਾ ਪੰਜਾਬ 'ਚ, ਦਿੱਲੀ ਵਾਲਿਆਂ ਨੇ ਦਿੱਲੀ ਰਹਿਣਾ, ਜਾਂ ਉਹ ਹਰਿਆਣੇ ਆ ਜਾਊਗਾ, ਹੈ ਨਾ। ਕੇਜਰੀਵਾਲ ਹਰਿਆਣੇ ਦਾ ਆ। ਪਰ ਤੁਸੀਂ ਜਦੋਂ ਇੱਥੇ ਲੋਕਾਂ 'ਚ ਰਹਿਣਾ, ਅੱਜ ਦੀ ਸਾਰੀ ਤੁਹਾਡੀ ਕਾਰਵਾਈ ਜਾਂ ਨਾ ਕਾਰਵਾਈ ਕਿਰਕਰੀ ਜਿਹੜੀ ਹੋ ਰਹੀ ਆ ਉਹ ਲੋਕ ਦੇਖ ਰਹੇ ਆ। ਤੇ ਕੱਲ ਨੂੰ ਫਿਰ ਮੁਸ਼ਕਲ ਹੋ, ਤੁਹਾਡਾ ਪੋਲੀਟੀਕਲ ਕੈਪੀਟਲ ਜਾਂ ਤੁਹਾਡਾ ਇੱਕ ਆਪਣਾ ਰੈਪੂਟੇਸ਼ਨ ਤੇ ਖਰਾਬ ਹੋ ਰਿਹਾ ਨਾ ਸਮਾਜ ਦੇ ਵਿੱਚ। ਉਹਨੂੰ ਕਿਵੇਂ ਬਚਾਉਣਾ? ਉਹ ਤਾਂ ਹੋਊਗਾ ਜੇ ਤੁਸੀਂ ਆਪਣੇ ਤੌਰ ਦੇ ਉੱਤੇ ਆਪ ਆਪਣੇ ਪੈਰਾਂ 'ਤੇ ਖੜੇ ਹੋ ਕੇ ਆਪ ਆਪਣੇ ਪੰਜਾਬ ਦੇ ਹੱਕ ਵਿੱਚ ਫੈਸਲੇ ਲੈਣੇ ਸ਼ੁਰੂ ਕਰੋਗੇ। ਪ੍ਰੋਫੈਸਰ ਸਾਹਿਬ, ਗੱਲ ਆਉਂਦੀ ਹੁਣ ਆਪਾਂ ਭਾਰਤੀ ਰਾਜਨੀਤੀ ਤੇ ਰਾਹੁਲ ਗਾਂਧੀ ਦੀ ਛਵੀ ਜਿਹੜੀ ਪਿਛਲੇ 8-10 ਸਾਲ ਤੋਂ ਰਾਜਨੀਤਿਕ ਤੌਰ ਤੇ ਉਹ ਬਾਲੀ ਕੋ ਗੰਭੀਰ ਨਹੀਂ ਮੰਨੀ ਗਈ, ਸੀਰੀਅਸ ਉਹਨੂੰ ਨਾ ਵਿਰੋਧੀ ਪਾਰਟੀਆਂ ਨੇ ਲਿਆ, ਉਹਨੇ ਆਪਣੀ ਪਾਰਟੀ ਨੇ ਲਿਆ ਤੇ ਕੁਝ ਉਹਦੇ ਹਰਕਤਾਂ ਵੀ ਇਦਾਂ ਦੀਆਂ ਸੀ। ਪਰ ਭਾਰਤ ਜੋੜੋ ਯਾਤਰਾ ਤੋਂ ਬਾਅਦ ਰਾਹੁਲ ਗਾਂਧੀ ਦੀ ਤਾਂ ਜਿਹੜੀ ਆ ਸ਼ਖਸੀਅਤ ਆ ਲੋਕਾਂ ਦੇ ਵਿੱਚ ਕਹਿ ਦਈਏ ਮੰਨੀ ਵੀ ਗਈ ਆ ਤੇ ਲੋਕ ਮੰਨਦੇ ਨੇ ਕਿ ਹੁਣ ਕੋਈ ਗੰਭੀਰ ਇਹਦੀ ਰਾਜਨੀਤੀ 'ਚੋਂ ਦਿਸਦਾ। ਪਹਿਲੀ ਵਾਰੀ ਲੋਕ ਸਭਾ ਦੇ ਵਿੱਚ ਉਹਨੇ ਅੱਖ ਮਟੱਕੇ ਤੋਂ ਬਾਅਦ, ਜਿੱਦਾਂ ਕਿ ਦੇਖੀਆਂ ਸੀ ਤੁਸੀਂ ਉਹਦੀਆਂ ਪਹਿਲੀਆਂ ਤਸਵੀਰਾਂ ਵੀ, ਗੰਭੀਰ ਮੁੱਦਿਆਂ ਦੇ ਉੱਤੇ ਪ੍ਰਧਾਨ ਮੰਤਰੀ ਨੂੰ ਜਾਂ ਮੋਦੀ ਸਰਕਾਰ ਨੂੰ ਕਟਹਿਰੇ 'ਚ ਖੜਾ ਕੀਤਾ। ਪਰ ਅੱਜ ਦੀਆਂ ਅਖਬਾਰਾਂ ਵਿੱਚ ਛਪ ਗਿਆ ਕਿ ਰਾਹੁਲ ਗਾਂਧੀ ਦਾ ਭਾਸ਼ਣ ਜਿਹੜਾ ਸੀ ਸਾਰਾ ਹੀ ਰਿਕਾਰਡ ਤੋਂ ਬਾਹਰ ਕਰ ਦਿੱਤਾ ਗਿਆ। ਰਾਹੁਲ ਗਾਂਧੀ ਦੀ ਸ਼ਖਸੀਅਤ ਨੂੰ ਤੇ ਅਡਾਨੀ ਤੇ ਮੋਦੀ ਸਰਕਾਰ ਦਾ ਜਿਹੜਾ ਪਿਆਰ ਆ, ਇਹਨੂੰ ਦੋਨਾਂ ਨੂੰ ਕਿਵੇਂ ਦੇਖਦੇ ਹੋ? ਨਹੀਂ ਦੇਖੋ, ਬੰਦੇ ਹੀ ਦੋ ਚਲਾ ਰਹੇ ਆ। ਕਿਸੇ ਵੇਲੇ ਪੋਲੀਟਿਕਸ ਜਿਹੜੀ ਆ ਉਹ ਐਟ ਕਮਾਂਡ ਹੁੰਦੀ ਸੀ ਤੇ ਕਾਰਪੋਰੇਟ ਉਹਨਾਂ ਦੇ ਬਾਹਰ ਬੈਂਚ ਤੇ ਬਹਿੰਦੇ ਸੀ ਵੀ ਦੱਸੋ ਅਸੀਂ ਕਦੋਂ ਅੰਦਰ ਆਈਏ ਦਫ਼ਤਰ ਦੇ। ਇਸ ਵੇਲੇ ਇਹਦੇ ਉਲਟ ਆ, ਕਾਰਪੋਰੇਟ ਅੰਦਰ ਚੌੜਾ ਹੋ ਕੇ ਬੈਠਾ ਹੁੰਦਾ ਤੇ ਜਿਹੜਾ ਪ੍ਰਧਾਨ ਮੰਤਰੀ ਜਾਂ ਮਿਨਿਸਟਰ ਸਾਹਿਬਾਨ ਆ, ਪੋਲੀਟੀਕਲ ਬੰਦੇ ਮੇਰਾ ਮਤਲਬ, ਉਹ ਬਾਹਰ ਬੈਂਚ ਤੇ ਬੈਠੇ ਹੁੰਦੇ ਆ ਕਿ ਸਾਨੂੰ ਅੰਦਰੋਂ ਅਡਾਨੀ ਜਾਂ ਅੰਬਾਨੀ ਟਾਈਮ ਕਦੋਂ ਦਊ ਅੰਦਰ ਵੜਨ ਦਾ। ਇਹ ਹਾਲਤ ਬਣ ਚੁੱਕੀ ਹੈ। ਇਸੇ ਗੱਲ ਦਾ ਜਿਹੜਾ ਇਹ ਰਿਸ਼ਤਾ ਅਡਾਨੀ ਦਾ ਤੇ ਮੋਦੀ ਦਾ ਬਿਲਕੁਲ ਉਹਦੇ ਅੰਦਰ ਦੋ ਗੱਲਾਂ ਜਿਹੜੀਆਂ ਉਹਨਾਂ ਨੇ ਕਹੀਆਂ, ਬਾਕੀ ਸਾਡੇ ਕੋਲ ਡਿਟੇਲ ਟਾਈਮ ਨਹੀਂ ਹੈ ਯਾਤਰਾ ਬਾਰੇ ਜਾਂ ਕਿੱਦਾਂ। ਪਰ ਮੈਂ ਇਹਦੋਂ ਪਹਿਲਾਂ ਕਿ ਉਹਨਾਂ ਦੀ ਜਿਹੜੀ ਗੱਲਬਾਤ ਹੋਈ ਆ ਉਹਦੇ ਬਾਰੇ ਕੁਝ ਕਹਾਂ। ਗੁਰਨਾਮ ਜੀ, ਇੱਕ ਗੱਲ ਬੜੀ ਸਾਫ਼ ਹੈਗੀ ਆ, ਇਹ ਮੈਂ ਤੁਹਾਡੇ ਨਾਲ ਸਹਿਮਤ ਹਾਂ। ਮੈਂ ਖੁਦ ਵੀ ਮਿਲਿਆ ਉਹਨੂੰ, ਰਾਹੁਲ ਨੂੰ, ਜਦੋਂ ਪੰਜਾਬ 'ਚ ਆਇਆ ਸੀ। ਹਾਂ, ਮੈਂ ਮਿਲ ਕੇ ਗੱਲਬਾਤ ਵੀ ਕੀਤੀ ਹੈ। ਮੈਨੂੰ ਇੰਜ ਜਿਹੜਾ ਇੰਪਰੈਸ਼ਨ ਹੈ ਕਿ ਦੇਖੋ, ਇਹ ਤਾਂ ਗੱਲ ਹੋ ਸਕਦੀ ਆ ਕਿ ਉਹ ਦੂਜਿਆਂ ਵਾਂਗੂ ਚੁਸਤ ਚਲਾਕ ਫੋਕਸੀ ਜਾਂ ਜਿਸ ਤਰੀਕੇ ਨਾਲ ਹਰ ਇੱਕ ਗੱਲ ਨੂੰ ਤੁਸੀਂ ਕਹਿਣਾ ਕੁਝ ਕਰਨਾ ਕੁਛ, ਉਸ ਕਿਸਮ ਦੀ ਪੋਲੀਟਿਕਸ ਤੇ ਪੋਲੀਟੀਕਲ ਬੰਦਾ ਤੇ ਬੜਾ ਛਾਤਰ ਬੰਦਾ, ਇਹ ਤਾਂ ਹੋ ਸਕਦਾ ਕਿ ਉਹ ਇਹੋ ਜਿਹੀ
ਟਪੂਸਣੀਆਂ ਮਾਰਨ ਵਾਲਾ ਨਾ ਹੋਵੇ ਜਾਂ ਉਸ ਤਰ੍ਹਾਂ ਦੀ ਚਤਰਾਈਆਂ ਉਹਦੇ 'ਚ ਨਾ ਹੋਣ, ਚਲਾਕੀਆਂ ਨਾ ਹੋਣ, ਥੋੜ੍ਹਾ ਬਹੁਤ ਗੱਪ ਮਾਰੀ ਜਾਣੀ, ਬਿਨਾਂ ਗੱਪ ਮਾਰ ਤੋਂ ਕੋਈ ਪੋਲੀਟੀਸ਼ੀਅਨ ਦਾ ਜਿਹੜੀ ਐਸੈਂਸ਼ੀਅਲ ਕੰਡੀਸ਼ਨ ਆ ਵੀ ਉਹ ਉਹਦੇ 'ਚ ਨਾ ਹੋਵੇ। ਪਰ ਬੇਸਿਕਲੀ 2-3 ਗੱਲਾਂ ਜਿਹੜੀਆਂ ਉਹਦੀ ਪਰਸਨੈਲਿਟੀ ਬਾਰੇ ਸਾਰੇ ਹੀ ਕਹਿੰਦੇ ਆ, ਉਹ ਇਹ ਇਮਾਨਦਾਰ ਹੈਗਾ, ਸਮਝਦਾਰ ਹੈਗਾ ਔਰ ਕੁਛ ਕਰਨਾ ਚਾਹੁੰਦਾ। ਇਹ ਦੋਵਾਂ ਦੇ ਨਾਲ ਇਹ ਵੀ ਹੋਣਾ ਚਾਹੀਦਾ ਕਿ ਕੁਛ ਕਰਨਾ ਕਿ ਨਹੀਂ ਕਰਨਾ, ਫਿਰ ਕੋਈ ਨਹੀਂ ਕੁਝ ਕਰਨਾ ਵੀ ਆ, ਉਹ ਵੀ ਹੈਗਾ। ਇਸ ਲਈ ਜੇ ਬਾਕੀ ਗੱਲ ਉਹ ਸਿੱਧਾ ਪੋਲੀਟੀਕਲ ਤੌਰ 'ਤੇ ਵੱਡਾ ਲੀਡਰ ਇਹਨਾਂ ਵਾਂਗੂ ਮੈਦਾਨ 'ਚ ਉਤਰ ਕੇ ਨਹੀਂ ਵੀ ਜੇ ਕਾਮਯਾਬ ਹੁੰਦਾ, ਪਰ ਇਹੋ ਜਿਹੇ ਬੰਦਿਆਂ ਦੀ ਦੇਸ਼ ਦੀ ਰਾਜਨੀਤੀ ਨੂੰ ਸੁਧਾਰਨ ਦੀ ਲੋੜ ਆ। ਦੂਜੀ ਗੱਲ ਜਿਹੜੀ ਮੈਂ ਹੁਣ ਤੁਹਾਡੀ 'ਤੇ ਆਉਣਾ, ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ। ਮੈਂ ਬਾਈ ਚਾਂਸ TV ਲਾਇਆ ਸੀ ਅਤੇ ਸਾਰੀ ਸਪੀਚ ਉਹਦੀ ਲਾਈਵ ਸੁਣੀ ਮੈਂ, 30-40 ਮਿੰਟ ਦੀ ਉਹ ਸੀਗੀ। ਔਰ ਮੈਨੂੰ ਤਾਂ ਇੰਝ ਲੱਗਾ ਕਿ ਇਹ ਪਹਿਲੀ ਵਾਰੀ ਸੀ ਕਿ ਜਿਸ ਤਰੀਕੇ ਨਾਲ ਬਹੁਤ ਇਫੈਕਟਿਵ ਢੰਗ ਨਾਲ ਬੋਲਿਆ। ਔਰ ਓਮ ਬਿਰਲਾ ਉਹਨੇ ਵੀ ਉਹਨੂੰ ਪੂਰਾ ਟਾਈਮ ਦਿੱਤਾ, ਇਹ ਨਹੀਂ ਕਿ ਬਹਿ ਜਾ ਉਹ ਨਹੀਂ ਉਹ ਨਹੀਂ। ਮੈਨੂੰ ਇੰਝ ਲੱਗਾ ਕਿ ਯਾਰ ਇਹ ਕਾਂਗਰਸ ਦਾ ਰਾਜ ਆ ਗਿਆ ਵੀ ਉਹਨੂੰ ਇੰਨਾ ਆਰਾਮ ਨਾਲ ਬੋਲਣ ਦਿੱਤਾ ਜਾ ਰਿਹਾ, ਕੋਈ ਰੌਲਾ ਰੱਪਾ ਨਹੀਂ। ਮੈਨੂੰ ਨਹੀਂ ਲੱਗਦਾ ਕਿ ਅਮਿਤ ਸ਼ਾਹ ਅਤੇ ਮੋਦੀ ਉੱਥੇ ਅੰਦਰ ਸੀਗੇ ਉਸ ਵੇਲੇ ਜਦੋਂ ਉਹ ਬੋਲ ਰਿਹਾ ਸੀ, ਕਿਉਂਕਿ ਉਹਨਾਂ ਦੇ ਚਿਹਰੇ ਨਹੀਂ ਦਿਖਾਏ। ਮਾੜਾ ਮੋਟੇ ਤਾਂ ਦਿਖਾਉਂਦੇ ਹੀ ਆ ਵਿੱਚ, ਇੰਨੇ ਟਾਈਮ ਲੰਬੇ ਟਾਈਮ 'ਚ ਉਹ ਚਿਹਰੇ ਨਹੀਂ ਸੀਗੇ। ਹੋਰ ਮਿਨਿਸਟਰ ਸਾਹਿਬਾਨ, ਰਵੀ ਸ਼ੰਕਰ ਪ੍ਰਸਾਦ ਸੀ, ਹੋਰ ਸੀ ਕੁਛ ਬੰਦੇ, ਬਾਰ-ਬਾਰ ਉਹਨੂੰ ਝਈਆਂ ਲੈ ਕੇ ਪੈਂਦੇ ਸੀਗੇ। ਪਰ ਚਲੋ ਉਸ ਭਾਸ਼ਣ ਤੋਂ ਬਾਅਦ ਮੈਨੂੰ ਇੰਝ ਲੱਗਦਾ ਆ ਕਿ ਉਹਨੇ 2 ਸਵਾਲ ਬੜੇ ਸਾਫ਼ ਖੜੇ ਕੀਤੇ। ਇੱਕ ਅਗਨੀਵੀਰ ਵਾਲਾ ਕਿ ਮੈਨੂੰ ਇਹ ਲੋਕ ਕਹਿੰਦੇ ਆ, ਮੈਨੂੰ ਫੀਲਡ ਵਿੱਚ ਜਦੋਂ ਯਾਤਰਾ ਦੌਰਾਨ ਐਕਸ ਸਰਵਿਸਮੈਨ ਨੇ ਕਿਹਾ ਕਿ ਭਾਈ ਆਪ ਆਰਮੀ ਦੀ ਡਿਫੈਂਸ ਫੋਰਸਿਸ ਦੀ ਪਲੈਨਿੰਗ ਨਹੀਂ ਹੈ ਅਗਨੀਵੀਰ ਵਾਲੀ ਪਾਲਿਸੀ, ਨਾ ਲੈ ਕੇ ਕਿਹਾ ਕਿ ਇਹ ਅਜੀਤ ਡੋਵਾਲ ਦੀ ਹੈ ਅਤੇ ਹੋਮ ਮਿਨਿਸਟਰ ਦੀ ਹੈ, ਅਮਿਤ ਸ਼ਾਹ ਦੀ ਹੈ। ਅਤੇ ਉਹਨੇ ਉਹੀ ਚਿੰਤਾ ਪ੍ਰਗਟ ਕੀਤੀ ਜਿਹੜੀ ਅਸੀਂ ਬਾਰ-ਬਾਰ ਕਰਦੇ ਹਾਂ ਕਿ ਬੰਦਿਆਂ ਨੂੰ ਨਾ ਤੁਸੀਂ ਪੈਨਸ਼ਨ ਦੇਣੀ, ਜੋਬ ਉਹਨਾਂ ਦੀ ਲੈ ਲੈਣੀ 75% ਲੋਕਾਂ ਦੀ, 25% ਤੁਸੀਂ ਰੱਖ ਲੈਣੇ ਆ। ਉਹਨਾਂ ਨੇ ਕਿਹੜੇ ਮਾਰੇ ਰੱਬ ਦੇ ਕਿ ਤੁਸੀਂ ਉਹਨਾਂ ਨੂੰ ਕਰ ਦਿੰਦੇ ਬਾਹਰ ਇੱਕ ਵਾਰੀ ਸਿਲੈਕਟ ਕਰਨ ਤੋਂ ਬਾਅਦ। ਫੌਜੀ ਟ੍ਰੇਨਿੰਗ, ਡਿਸਿਪਲਿਨ, ਗੋਲੀ ਚਲਾਉਣੀ, ਕਿਵੇਂ ਸਟ੍ਰੈਟੇਜਾਈਜ਼ ਕਰਨਾ, ਸਾਰਾ ਸਿਖਾ ਦੇਣਾ, ਬਾਅਦ 'ਚ ਖੁੱਲ੍ਹੇ ਛੱਡ ਦੇਣਾ। ਕੀ ਇਹ ਸਮਾਜ ਲਈ, ਦੇਸ਼ ਦੀ ਰਾਜਨੀਤੀ ਲਈ, ਦੇਸ਼ ਦੀ ਸਥਿਰਤਾ ਲਈ, ਦੇਸ਼ ਦੀ ਸ਼ਾਂਤੀ ਲਈ, ਦੇਸ਼ ਦੀ ਸੁਰੱਖਿਆ ਲਈ ਵੀ ਉਹ ਖਤਰਾ ਵੀ ਬਣ ਸਕਦੇ, ਬਿਕੋਜ਼ ਉਹਨਾਂ ਨੂੰ ਕੋਈ ਜਦੋਂ ਤੁਸੀਂ ਖੁੱਲ੍ਹੇ ਛੱਡ ਦਿਓਗੇ, ਵਿਹਲੇ ਛੱਡ ਦਿਓਗੇ, ਉਹਨਾਂ ਨੂੰ ਕੋਈ ਵਰਤ ਸਕਦਾ। ਅਟੇਰ ਲੂ ਉਹਨਾਂ ਨੂੰ ਗੈਂਗਸਟਰ ਅਟੇਰ ਲੈਣ, ਉਹਨੂੰ ਵਿਰੋਧੀ ਦੇਸ਼ ਦੇ ਵਿਰੋਧੀ ਜਿਹੜੀ ਬਾਹਰ ਬੈਠੀਆਂ ਸ਼ਕਤੀਆਂ, ਏਜੰਸੀਆਂ ਉਹ ਹਾਇਰ ਕਰ ਲੈਣ। ਅਗਲੇ ਨੇ ਰੋਟੀ ਖਾਣੀ ਆ ਬਈ, ਅਗਲੇ ਨੇ ਵਿਆਹ ਕਰਾਉਣਾ, ਨਿਆਣੇ ਆ ਪੜ੍ਹਾਉਣਾ, ਖਰਚੇ, ਇਹ ਕੀ ਕੰਮ ਆ? ਤੁਸੀਂ ਕਿਸੇ ਨੂੰ ਪੋਟੈਂਸ਼ੀਅਲ ਦੇ ਕੇ ਪੂਰਾ ਉਹਨੂੰ ਐਨ ਤਤਬਰ ਕਰਕੇ ਮਗਰੋਂ ਕਹੋ ਵੀ ਅਸੀਂ ਤੇਰੇ ਮਾਲਿਕ ਹੀ ਨਹੀਂ ਹੈਗੇ ਹੁਣ, ਫਿਰ ਉਹ ਕੀ ਕਰੂਗਾ? ਉਹ ਕੁਛ ਤੇ ਬਣੂਗਾ ਹੀ, ਕਿਤੇ ਤਾਂ ਉਹ ਖੁਦ ਵੀ ਲੱਭੂਗਾ ਕਿ ਮੈਂ ਕੋਈ ਮਾਲਕ ਲੱਭਾਂ, ਕਿਉਂਕਿ ਉਹਨੇ ਰੋਟੀ ਖਾਣੀ ਹੈ। ਇਹ ਨਹੀਂ ਹੋ ਸਕਦਾ। ਫਿਰ ਪੈਨਸ਼ਨ ਹੁੰਦੀ ਤਾਂ ਵੀ ਮਾੜਾ ਮੋਟਾ ਅਗਲਾ ਕਹਿੰਦਾ ਕਿ ਯਾਰ ਨਹੀਂ ਮੈਂ ਸਰਕਾਰੀ ਪੈਨਸ਼ਨ ਲੈਂਦਾ, ਮੈਂ ਡਿਸਿਪਲਿਨ 'ਚ ਰਵਾਂ। ਜਦੋਂ ਪੈਨਸ਼ਨ ਵੀ ਦੇਣੀ ਉਹ ਕਹਿੰਦਾ ਮੇਰੇ ਰੱਸੇ ਖੁੱਲ੍ਹੇ, ਮੈਂ ਜਿੱਥੇ ਮਰਜ਼ੀ ਜਾਵਾਂ। ਇਹ ਕੌਣ ਹੁੰਦੇ ਮੈਨੂੰ? ਕਲਾ ਤੁਸੀਂ ਉਹਨੂੰ ਦੇ ਦੇਣੀ ਹੈ ਗੋਲੀ ਚਲਾਉਣ ਦੀ, ਐਨ ਸ਼ਾਰਪ ਸ਼ੂਟਰ ਦੀ, ਅਤੇ ਕਿੱਥੇ ਕੀ ਕੁਛ ਹੋਣਾ। ਇਹ ਇੱਕ ਉਹਨੇ ਖਤਰਾ ਜ਼ਾਹਰ ਕੀਤਾ ਅੰਦਰ ਨਾ ਲੈ ਕੇ ਕਿ ਇਹ ਕਿਉਂ ਕੀਤੀ ਗਈ, ਕਿਸ ਇੰਟੈਂਸ਼ਨ ਨਾਲ ਕੀਤੀ ਗਈ। ਕੱਲ੍ਹ ਨੂੰ ਕੀ RSS ਇਹਨਾਂ ਨੂੰ ਇਹ ਨਹੀਂ ਕਿਹਾ ਨਹੀਂ ਉਹਨੇ, ਪਰ ਇੱਕ ਬਾਈ ਇੰਪਲੀਸਿਟ ਇਹਦੇ 'ਚੋਂ ਜਿਹੜਾ ਨਿਕਲਦਾ ਆ ਇੱਕ ਇਸ਼ਾਰੇ ਮੁਜ਼ਮ ਕਿ ਕੀ ਕੱਲ੍ਹ ਨੂੰ ਇਹਨਾਂ ਨੂੰ RSS ਵੀ ਇਸਤੇਮਾਲ ਕਰ ਸਕਦੀ ਹੈ। ਇਹ ਗੱਲ ਵੀ ਇੱਕ ਬਹੁਤ ਵੱਡੀ ਹੈ ਕਿ ਮੈਂ ਤੁਹਾਡੀ ਗੱਲ ਰੋਕ ਰਿਹਾ। ਸਰਕਾਰੀ ਖਰਚੇ ਤੇ ਇੰਨੀ ਪ੍ਰਸਾਈਜ਼ ਟ੍ਰੇਨਿੰਗ ਦੇਣੀ ਔਰ ਬਾਅਦ ਵਿੱਚ ਉਹਨਾਂ ਨੂੰ ਲਿਆਉਣਾ, ਇਹ ਛੱਡਣਗੇ ਨਹੀਂ, ਉਹਨਾਂ ਨੂੰ ਭਰਤੀ ਕਰ ਲੈਣਗੇ। ਜੀ ਮੈਂ ਤੁਹਾਡੀ ਗੱਲ ਰੋਕ ਰਿਹਾ ਵੀ ਕਿ ਜਿਵੇਂ ਕਿ ਇੱਕ ਵਾਰੀ ਆਪਾਂ ਦੇਖਦੇ ਕਿ ਲੀਡਰ ਸਾਰੇ ਹੁੰਦੇ ਆ ਜੋ ਸੱਤਾ 'ਚ ਆਉਂਦੇ ਤਾਂ ਜਿਹੜੇ ਸਨਅਤਕਾਰ ਹੁੰਦੇ ਆ ਜਾਂ ਵੱਡੇ ਵਪਾਰੀ ਹੁੰਦੇ ਆ, ਉਹ ਇਹਨਾਂ ਦੁਆਲੇ ਘੁੰਮਣ ਲੱਗ ਜਾਂਦੇ, ਇੱਕ ਨੂੰ ਛੱਡ ਕੇ ਦੂਜੇ ਕੋ ਆ ਜਾਂਦੇ ਆ। ਪਰ ਜਿਸ ਤਰ੍ਹਾਂ ਰਾਹੁਲ ਗਾਂਧੀ ਨੇ ਜਿਉਂ ਦੱਖਣ ਤੋਂ ਚੱਲਿਆ ਤੇ ਸ਼੍ਰੀਨਗਰ ਤੱਕ ਅਡਾਨੀ, ਅੰਬਾਨੀ, ਮੋਦੀ, RS, ਇਹ 4 ਨਾਮਾਂ ਨੂੰ ਲੈ ਕੇ ਸਿੱਧਾ ਟਾਰਗੇਟ ਕੀਤਾ ਆ। ਕੋਈ ਉਹਨੇ ਰੱਖੀ ਨਹੀਂ ਗੱਲ ਵੀ ਕੋਈ ਪੜਦੇ ਵਾਲੀ ਜਾਂ ਗੋਲ ਗਲਾਮੇ ਵਾਲੀ, RSS ਨੂੰ ਸਿੱਧਾ ਨਾਂ ਲੈ ਕੇ ਟਾਰਗੇਟ ਕੀਤਾ, ਅਡਾਨੀ ਅੰਬਾਨੀ ਨੂੰ ਸਿੱਧਾ। ਇਹ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ? ਨਹੀਂ ਬਿਲਕੁਲ ਠੀਕ ਹੈ, ਮੇਰਾ ਖਿਆਲ ਉਹਨੂੰ ਕਲੀਅਰਲੀ ਨਜ਼ਰ ਆਉਂਦਾ। ਮੈਂ ਜਿਵੇਂ ਸ਼ੁਰੂ 'ਚ ਉਹਦੀ ਡਿਫਾਈਨਿੰਗ, ਇਹ ਵੈਸੇ ਬੜੀ ਡੇਂਜਰਸ ਗੱਲ ਹੁੰਦੀ ਹੈ ਕਿਸੇ ਬਾਰੇ ਤੁਸੀਂ ਸਰਟੀਫਿਕੇਟ ਦੇ ਦੇਣਾ, ਪਰ ਮੈਂ ਵਿਦ ਆਲ ਰਿਸਕ ਮੈਂ ਇਹ ਕਹਿ ਰਿਹਾ ਕਿ ਉਹ ਜਦੋਂ ਕਹਿ ਰਿਹਾ ਉਹ ਪੋਲੀਟੀਕਲੀ ਨਹੀਂ ਕਹਿ ਰਿਹਾ, ਉਹਨੂੰ ਦਿਖਦਾ ਹੀ ਇੰਝ ਇਮਾਨਦਾਰੀ ਨਾਲ ਕਹਿ ਰਿਹਾ ਕਿ ਆਹ ਖਤਰੇ ਆ ਦੇਸ਼ ਦੇ ਸਾਹਮਣੇ। ਫਿਰ ਅਡਾਨੀ ਅੰਬਾਨੀ ਦਾ ਕਿਹਾ, ਜਾਣ ਲੱਗਿਆ ਇੱਕ ਪ੍ਰਧਾਨ ਮੰਤਰੀ ਲਈ ਸਵਾਲ ਵੀ ਛੱਡ ਗਿਆ ਜਿਹਦਾ ਉਹਨੇ ਕੋਈ ਜਵਾਬ ਨਹੀਂ ਦਿੱਤਾ। ਉਹਨੇ ਇਹ ਕਿਹਾ ਕਿ ਦੇਖੋ ਗੱਲ ਇਹ ਹੈ ਕਿ ਇਜ਼ਰਾਈਲ ਗਏ, ਉੱਥੇ ਹਥਿਆਰਾਂ ਦੇ ਕਾਂਟਰੈਕਟ ਲੈ ਕੇ ਆਏ। ਅਡਾਨੀ ਨੂੰ ਕਦੀ ਉਹ ਕਾਂਟਰੈਕਟ ਮਿਲ ਨਹੀਂ ਸੀ ਸਕਦੇ ਇਜ਼ਰਾਈਲ ਤੋਂ,
ਕਾਰਨ ਇਹਦਾ ਹੈ ਕਿ ਉਹਦੀ ਬੈਕਗਰਾਉਂਡ ਹੀ ਨਹੀਂ ਕੋਈ ਹੈਗੀ ਡਿਫੈਂਸ ਵੈਪਨਸ ਜਾਂ ਡਿਫੈਂਸ ਦੀਆਂ ਚੀਜ਼ਾਂ ਬਣਾਉਣ ਦੀ, ਤੇ ਉਸ ਨੂੰ ਉਹ ਰੂਲ ਨੂੰ ਬਾਈਪਾਸ ਕਰਕੇ 90% ਜਿਹੜਾ ਕੰਟਰੈਕਟ ਆ ਇਜ਼ਰਾਈਲ ਦੇ ਨਾਲ ਅਡਾਨੀ ਨੂੰ ਦੇ ਦਿੱਤਾ। ਸ਼੍ਰੀਲੰਕਾ 'ਚ ਵੀ ਹੋਈਆਂ ਇਦਾਂ ਸ਼੍ਰੀਲੰਕਾ ਦਾ ਵੀ ਹੋਇਆ। ਫਿਰ ਉਹਨਾਂ ਨੇ ਬੰਗਲਾਦੇਸ਼ ਦਾ ਦੱਸਿਆ ਵੀ ਉਹਦਾ ਪਾਵਰ ਦਾ ਜਾ ਕੇ ਮੋਦੀ ਆਪ ਗਿਆ, ਜਾ ਕੇ ਪਾਵਰ ਉੱਥੇ ਉਹਨਾਂ ਨੇ ਪਰਚੇਜ ਕਰਨੀ ਸੀ, ਇਹਨੂੰ ਕਿਹਾ ਕਿ ਤੂੰ ਆਪਣੀ ਥਰਮਲ ਪਾਵਰ ਬਣਾ ਕੇ ਉਹਨੂੰ ਦੇ। ਆਸਟ੍ਰੇਲੀਆ ਗਿਆ ਕੋਲ ਲੈ ਕੇ, ਉਹਨਾਂ ਨੂੰ ਕਿਹਾ, ਉਹਨੇ ਕਿਹਾ ਕਿ ਸਾਰੀ ਜਗ੍ਹਾ ਪ੍ਰਧਾਨ ਮੰਤਰੀ ਅੱਗੇ ਅੱਗੇ ਇਹ ਲੋਕਾਂ ਦੀਆਂ ਮਿੰਨਤਾਂ ਕਰਦਾ ਫਿਰਦਾ, ਮੇਰਾ ਇੱਕ ਬੱਚਾ ਜਿਹੜਾ ਵਾ ਬੜਾ ਭੁੱਖਾ ਮਰਦਾ, ਉਹਨੂੰ ਥੋੜ੍ਹਾ ਜਿਹਾ ਹੋਰ ਦਿਓ, ਇੱਥੇ ਦੇ ਦਿਓ ਕੁਝ, ਮੈਂ ਤੁਹਾਡੇ ਕੋਲ ਆਇਆ ਝੋਲੀ ਅੱਡ ਕੇ ਫਰਾਂਸ ਤੋਂ ਲੈ ਕੇ ਸਾਰੀ ਜਗ੍ਹਾ। ਉਹ ਤੇ ਦੂਜੇ ਨੂੰ ਦਿੱਤਾ ਸੀਗਾ, ਦੂਜੇ ਬੱਚੇ ਨੂੰ, ਉਹਦਾ ਵੀ ਕੋਈ ਤਜਰਬਾ ਨਹੀਂ ਡਿਫੈਂਸ ਦਾ। ਇਹ ਜਾਣੀ ਦੋ ਬੰਦੇ ਬਾਰ-ਬਾਰ ਤਾਈਏ ਕਹੇ ਜਾਂਦੇ ਹੈ ਕਿਉਂਕਿ ਦੋਹਾਂ ਨੂੰ ਹੀ ਸਾਰੇ ਗੱਫੇ ਪ੍ਰਧਾਨ ਮੰਤਰੀ ਖੁੱਲ੍ਹ ਕੇ ਖਵਾਈ ਜਾਂਦਾ, ਤੇ ਦੋਵੇਂ ਹੀ ਉਹਦਾ ਸਾਰਾ ਕੰਮ ਪੈਸੇ ਦਾ ਧੇਲੇ ਦਾ ਕਰੀ ਤੁਰੇ ਜਾਂਦੇ ਜਿੰਨਾ ਚਾਹੀਦਾ। ਚੱਕੋ ਤੁਸੀਂ, ਪਰ ਰਾਜ ਆਪਣਾ ਰੱਖੋ ਤੇ ਸਾਨੂੰ ਖੁੱਲ੍ਹੀ ਖੇਲ ਖੇਲਣ ਦਿਓ। ਇਹ ਉਹਨੇ ਉੱਥੇ ਦੱਸਿਆ। ਲਾਸਟ ਸਵਾਲ ਜਿਹੜਾ ਉਹਨੇ ਕੀਤਾ, ਆਪਾਂ ਬਾਕੀ ਗੱਲਾਂ ਛੱਡ दीजिए, उन्होंने कहा कि कल को जब प्रधानमंत्री आएंगे वो इस बात का जवाब दे के जरूर जाएं कि जब ये बाहर को गए, ये इस तरह बोल रहे थे हिंदी च राहुल, कि बाहर को गए तो कितनी बार इनके साथ वाली सीट पे बैठ के गया अडानी, कितनी बार वो पीछे पीछे अपना जहाज लेके गया तो कितनी बार इनके आने के बाद उन्हीं लोगों को मिल के आया जहाँ ये उसके लिए कुछ बातचीत करके आए। ये ਉਹਦੇ शब्द ਜਿਹੜੇ ਇਹੋ ਜਿਹੇ ਇੰਜ ਕਹਿਣਾ, ਇਹਦਾ ਕੋਈ ਜਵਾਬ ਨਹੀਂ। ਉਲਟਾ ਕੀ ਆ ਜੀ, ਕੁਝ ਨਾਚ ਰਹੇ ਸੀ, ਕੁਝ ਟੱਪ ਰਹੇ ਹੋ, ਬੱਚਿਆਂ ਵਾਲੀਆਂ ਗੱਲਾਂ। ਯਾਰ ਤੁਸੀਂ ਪ੍ਰਧਾਨ ਮੰਤਰੀ ਆ, ਜੇ ਤੁਹਾਡੀ ਹਵਾ ਕੱਢ ਗਿਆ ਤੇ ਮੰਨ ਜਾਓ ਤੁਹਾਡੇ ਕੋਲ ਜਵਾਬ ਨਹੀਂ ਹੈਗਾ। ਉਲਟਾ ਕੀ ਕੀਤਾ, ਮੈਂ ਤੇ ਇਹਨੂੰ ਕਮੀਨਾਪਣ ਕਹੂੰਗਾ। ਇੱਥੇ ਓਮ ਬਿਰਲੇ ਨੇ ਠੀਕ ਨਹੀਂ ਕੀਤਾ ਹੈ, ਉਹਨੇ ਰੂਲਿੰਗ ਦੇਣੀ ਹੈ। ਕਿਉਂ ਵਿੱਚੋਂ ਭਾਸ਼ਣ ਹਟਾਇਆ ਗਿਆ ਜੀ? ਜਿਹੜਾ ਅਡਾਨੀ ਨਾਲ ਪ੍ਰਧਾਨ ਮੰਤਰੀ ਦੇ ਇਹ ਸਾਰੇ ਸਵਾਲ ਉੱਥੋਂ ਕਾਰਵਾਈ ਚੋਂ ਪਾਰਲੀਮੈਂਟ ਤੋਂ ਹਟਾਤੇ ਆ, ਜਿਹੜਾ ਕਿ ਮੇਰਾ ਖਿਆਲ ਇਹਦੇ ਲਈ ਲੜਾਈ ਲੜਨੀ ਚਾਹੀਦੀ ਆ ਕਾਂਗਰਸ ਨੂੰ ਕਿ ਨਹੀਂ, ਦਿਸ ਸ਼ੁੱਡ ਬੀ ਪਾਰਟ ਆਫ ਪ੍ਰੋਸੀਡਿੰਗ। ਤੁਸੀਂ ਛੋਟੇ 2-4 ਸ਼ਬਦਾਂ 'ਚ ਇਹ ਦੱਸਿਓ ਵੀ ਰਾਹੁਲ ਗਾਂਧੀ ਦਾ ਲਗਭਗ ਅੱਧੇ ਪੌਣੇ ਘੰਟੇ ਦਾ ਭਾਸ਼ਣ, ਤੇ ਉਸ ਤੋਂ ਬਾਅਦ ਮੋਦੀ ਨੇ ਜਿਹੜੇ ਕੱਲ੍ਹ ਕਿਹਾ ਜੀ ਅਸੀਂ ਇੰਨੇ ਪ੍ਰਾਂਤਾਂ ਵਿੱਚ ਆਹ ਕਰਤਾ, ਇੰਨੇ ਪ੍ਰਾਂਤਾਂ 'ਚ ਆਹ ਕਰਤਾ, ਅਸੀਂ ਆਹ ਸਕੀਮਾਂ ਬਣਾਤੀਆਂ, ਅਸੀਂ ਆਹ ਸਕੀਮਾਂ ਬਣਾਤੀਆਂ। ਲੱਗ ਰਿਹਾ ਕਿ ਤਵਾਜ਼ਨ ਬਣਾ ਰਿਹਾ ਰਾਹੁਲ ਗਾਂਧੀ ਆਉਣ ਵਾਲੇ ਸਮੇਂ ਲਈ। ਦੋਨਾਂ ਦੇ ਪ੍ਰਧਾਨ ਮੰਤਰੀ ਤੇ ਰਾਹੁਲ ਗਾਂਧੀ ਦੇ ਭਾਸ਼ਣ ਵਿੱਚੋਂ ਲੱਭਦਾ ਕੀ ਹੈ? ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਤੁਸੀਂ ਇਹ ਮਾਰਕ ਕਰ ਲਓ, ਸਰਵੇ ਕਰ ਲਓ ਮੇਰੇ ਆਹ ਗੱਲ ਕਹਿਣ ਤੋਂ ਬਾਅਦ ਕਿ ਦੇਸ਼ ਦੇ ਲੋਕ ਸਾਰੀਆਂ ਪਾਰਟੀਆਂ ਤੋਂ ਦੁਖੀ ਹੈ। ਇਸੇ ਕਰਕੇ ਜਦੋਂ ਇਹੋ ਜਿਹੇ ਦੇਸ਼ ਅੰਦਰ ਹਾਲਾਤ ਹੋਣ ਤੇ ਮੋਦੀ ਵਰਗਾ ਇੱਕ ਅੱਧਾ ਬੰਦਾ ਇਸ ਗੱਲ ਦਾ ਭਰੋਸਾ ਦੇ ਦੇ ਕਿਸੇ ਤਰੀਕੇ ਦੇ ਨਾਲ ਕਿ ਮੈਂ ਤੁਹਾਡਾ ਸੇਵੀਅਰ ਆ, ਮੈਂ ਇੱਕ ਸਾਫ ਸੁਥਰਾ ਇੱਕ ਬੰਦਾ ਸਪੈਸ਼ਲ ਰੱਬ ਨੇ ਭੇਜਿਆ ਤੁਹਾਨੂੰ ਬਚਾਉਣ ਲਈ, ਉਸੇ ਤਰੀਕੇ ਨਾਲ ਡਿਕਟੇਟਰਸ਼ਿਪ ਤੇ ਤਾਨਾਸ਼ਾਹੀ ਦਾ ਰਾਜ ਆਉਂਦਾ, ਜਨਰਲ ਲੋਕਾਂ ਦਾ ਮਾਹੌਲ ਬਣ ਜਾਂਦਾ। ਮੋਦੀ ਉਹ ਖੁਦ ਵੀ ਕਰਵਾਉਂਦੇ ਆ, ਪ੍ਰੈਕਟਿਸ ਕਰਾਉਂਦੇ ਆ, ਨੈਟਵਰਕ ਹੈਗਾ, ਪਰ ਇੱਕ ਜਨਰਲ ਲੋਕਾਂ ਦੀ ਉਹ ਜਿਵੇਂ ਪੰਜਾਬ ਦੇ ਵਿੱਚ 92 ਸੀਟਾਂ ਆਪਦੀਆਂ ਆਈਆਂ, ਹਤਾਸ਼ ਹੋ ਕੇ ਆਈਆਂ, ਇਹ ਥੋੜ੍ਹੀ ਕਿ ਇਹਨਾਂ ਨੂੰ ਉਹ ਚਾਹੁੰਦੇ ਸੀ। ਇਸ ਹਾਲਾਤ ਦੇ ਨਾਲ ਹੀ ਦੇਸ਼ ਦੇ ਅੰਦਰ ਡੈਮੋਕ੍ਰੇਸੀ ਨੂੰ ਖਤਰਾ ਹੋ ਸਕਦਾ, ਕਿਉਂਕਿ ਲੋਕ ਬਹੁਤ ਪਾਰਟੀਆਂ ਤੋਂ ਡਿਸਇਨਚੈਂਟਡ ਆ, ਦੁਖੀ ਹੈ। ਦੂਜੀ ਗੱਲ ਮੇਰਾ ਖਿਆਲ ਹੈ ਕਿ ਜਿਹੜਾ ਰੋਲ ਰਾਹੁਲ ਗਾਂਧੀ ਦਾ ਜਿਹੜਾ ਸਵਾਲ ਹੈ, ਮੈਂ ਹੁਣ ਇਸ ਹਾਲਾਤ ਦੇ ਇਸ ਧਰਾਤਲ ਦੇ ਉੱਤੇ ਇਹਦਾ ਕੀ ਰੋਲ ਹੋਵੇ ਜਿਹੜਾ ਤੁਸੀਂ ਸਵਾਲ ਕਰ ਰਹੇ, ਮੇਰਾ ਖਿਆਲ ਹੈ ਕਿ ਉਹਨਾਂ ਦਾ ਛਤਰ ਛਾਇਆ ਵਾਲਾ ਹੋਣਾ ਚਾਹੀਦਾ। ਉਹਨੂੰ ਪਾਰਟੀ ਦਾ ਪ੍ਰਧਾਨ ਬਣੇ ਜਾਂ ਨਾ ਬਣੇ, ਪ੍ਰਾਈਮ ਮਿਨਿਸਟਰ ਤੇ ਉਹਨੂੰ ਪੱਕਾ ਹੀ ਕੈਂਡੀਡੇਟ ਨਹੀਂ ਬਣਨਾ ਚਾਹੀਦਾ। ਇਹ ਉਹਨੂੰ ਛੋਟਾ ਕਰੂਗਾ, ਉਹਦੇ ਵਿਚਾਰ ਨੂੰ, ਤੇ ਜੋ ਦੇਸ਼ ਦੇ ਵਿੱਚ ਲੋੜ ਹੈਗੀ ਆ ਉਸ ਨੂੰ ਵੀ ਛਟਿਆਊਗਾ। ਮੇਰਾ ਖਿਆਲ ਹੈ ਕਿ ਬੀਜੇਪੀ ਇਹ ਚਾਹੂਗੀ ਕਿ ਉਹ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਉੱਧਰੋਂ ਆਏ, ਬੀਜੇਪੀ ਇਹ ਵੀ ਚਾਹੂਗੀ ਕਿ ਉੱਧਰੋਂ ਆਪਣੀ ਫੁੱਲ ਕਮਾਂਡ 'ਤੇ ਆਏ, ਤਾਂ ਕਿ ਕਿਉਂਕਿ ਉਹਨਾਂ ਨੂੰ ਪਤਾ ਕਿ ਇਹਦਾ ਸੁਭਾਅ ਦੇ ਵਿੱਚ ਉਸ ਕਿਸਮ ਦੀ ਦੋਹਰੀ ਜਿਹੜੀ ਗੁੰਡਾਗਰਦੀ ਵਾਲੀ ਪੋਲਿਟਿਕਸ ਇਹਦਾ ਸੁਭਾਅ ਨਹੀਂ ਹੈ। ਇਹ ਇੱਕ ਸੂਝ-ਬੂਝ ਦੇ ਇੰਟੈਲੈਕਚੁਅਲ ਪਲੇਨ ਦੇ ਉੱਤੇ ਇਮਾਨਦਾਰੀ ਨਾਲ ਸੱਚੀ ਮੁੱਚੀ ਦੇਸ਼ ਲਈ ਕੁਝ ਕਰਨਾ, ਉਸ ਤਰੀਕੇ ਦਾ ਸਟੇਟਸਮੈਨਸ਼ਿਪ ਜਿਹੜੀ ਆ ਉਹਦੇ ਵਿੱਚ ਉਸ ਕਿਸਮ ਦਾ ਉਹ ਬੰਦਾ ਹੈਗਾ। ਹਾਂ ਇਸ ਲਈ ਇਸ ਨੂੰ ਚਾਹੀਦਾ ਆ ਜੋ ਇਹਨੇ ਲੋਕਾਂ ਤੋਂ ਇੰਨਾ ਕੁਝ ਸਿੱਖਿਆ। ਉਹ ਤੁਸੀਂ ਮਿਲੇ ਆਇਓ ਕਿਸੇ ਦਿਨ, ਇਹੋ ਜਿਹੀ ਕਿਹੜੀ ਗੱਲ ਹੈ, ਮਿਲ ਕੇ ਵੀ ਕੀ ਸਿੱਖਿਆ, ਇੰਟਰਵਿਊ ਕਰ ਆਇਓ। ਜੋ ਉਹਨੇ ਸਿੱਖਿਆ ਇੰਨੇ ਵੱਡੇ ਪੱਧਰ 'ਤੇ ਲੋਕਾਂ ਤੋਂ,
ਉਸ ਦਾ ਫਾਇਦਾ ਉਠਾਉਂਦੇ ਹੋਏ ਉਹਨਾਂ ਦਾ ਦਰਦ ਨੂੰ ਟਰਾਂਸਲੇਟ ਕਰਕੇ ਦੇਸ਼ ਦੀ ਰਾਜਨੀਤੀ ਨੂੰ ਕਿਵੇਂ ਸੁਧਾਰਨਾ, ਇਹ ਉਹਨੂੰ ਆਪਣੀ ਭੂਮਿਕਾ ਲੈਣੀ ਚਾਹੀਦੀ ਹੈ, ਨਾ ਕਿ ਖੁਦ ਉਹਦੇ 'ਚ ਮੈਂ ਹਿੱਸਾ ਕਿਵੇਂ ਲੈ ਲਵਾਂ ਤੇ ਮੈਂ ਇਹੋ ਜਿਹੇ ਸੁਪਨੇ ਪਾਲੂਗਾ। ਪੋਲਿਟਿਕਸ ਨੂੰ ਵੀ ਨੁਕਸਾਨ ਹੋਊਗਾ ਦੇਸ਼ ਦੀ ਨੂੰ, ਜਿਹੜੀ ਕਿ ਲੋੜ ਹੈ ਅੱਜ, ਔਰ ਉਹਨੂੰ ਨਿੱਜੀ ਤੌਰ ਤੇ ਵੀ ਬਹੁਤ ਨੁਕਸਾਨ ਹੋਊਗਾ। ਪੂੰਝ ਕੇ ਰੱਖ ਦੇਣਗੇ ਇਹੋ ਜਿਹੇ ਬਘਿਆੜ ਜਿਹੜੇ ਕਿ ਲਗਾਤਾਰ ਚਾਂਬਲਾਂ ਪਾਉਂਦੇ ਫਿਰਦੇ। ਪ੍ਰੋਫੈਸਰ ਮਨਜੀਤ ਸਿੰਘ ਦੇ ਨਾਲ ਅੱਜ ਈਡੀ ਤੇ ਵਿਜੀਲੈਂਸ ਤੇ ਰਾਹੁਲ ਗਾਂਧੀ ਤੇ ਪ੍ਰਧਾਨ ਮੰਤਰੀ ਦੇ ਲੋਕ ਸਭਾ ਵਿੱਚ ਭਾਸ਼ਣਾਂ ਦੇ ਉੱਤੇ ਗੱਲਬਾਤ ਤੁਹਾਨੂੰ ਕਿਵੇਂ ਦੀ ਲੱਗੀ, ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ। ਕੈਮਰਾਮੈਨ ਅਸ਼ਵਨੀ ਭਗਤ ਦੇ ਨਾਲ ਗੁਰਨਾਮ ਸਿੰਘ ਬਿਲਗਾ।